हाँ जी, करिए राजेश स्टार्ट। ਅੱਜ ਆਪਾਂ ਸਟਾਰਟ ਕਰ ਰਹੇ ਹਾਂ ਕਿੰਗਡਮ ਪ੍ਰੋਟਿਸਟਾ। ਇਸ ਦੇ ਵਿੱਚ ਕੀ ਹੈ, ਜਿਵੇਂ ਆਪਾਂ ਹੁਣ ਤੱਕ ਕੀਤਾ ਮੋਨਰਾ ਦੇ ਵਿੱਚ ਕਿ ਪ੍ਰੋਕੈਰੀਓਟਿਕ ਹੁੰਦੇ ਨਾ ਮੋਨਰਾ, ਤਾਂ ਇਸ ਦੇ ਵਿੱਚ ਕੀ ਆਂਦਾ ਹੈ, ਯੂਕੈਰੀਓਟਿਕ ਹੈ ਔਰ ਯੂਨੀਸੈਲੂਲਰ ਹੈ, ਠੀਕ ਹੈ। ਐਂਡ ਇਟ ਆਲਸੋ ਪੋਸੈਸ ਦਾ, ਇਸ ਦੇ ਵਿੱਚ ਹੋਰ ਕੀ ਕੀ ਹੁੰਦਾ ਹੈ, ਮਾਈਟੋਕੌਂਡਰੀਆ, क्लोरोप्लास्ट, एंडोप्लाज्मिक रेटिकुलम, लाइसोसोम्स। मींस नॉर्मली जो सैल दी स्ट्रक्चर है वो इस दे विच देखी जाती है प्रोटिस्टा। यूकैरियोटिक है मींस मैं कल दस्सिया सीगा इसका मतलब मैम जिस ट्रू न्यूक्लियस हुंदा है। हाँ जी, ट्रू न्यूक्लियस मींस जिस दे विच बाउंड्रीज हैं, ठीक है, वेल डिफाइंड है, ठीक है। ते नेक्स्ट की आंदा है, किदे विच बॉन्डिंग बना रहा है, मींस किनू कनेक्ट कर रहा है, ये मोनरा नू कर रहा है ते फंजाए, प्लांटे, एनिमेलिया। जो ਆਪਾਂ 5 ਕੀਤੀ ਸੀ ਨਾ 5 किंगडम क्लासिफिकेशन, ये किने ਦਿੱਤੀ ਸੀਗੀ 5 किंगडम? आर.एच. विटेकर ने, ठीक है। एंड 2 किंगडम किने ਦਿੱਤੀ ਸੀ? ਲੀਨੀਅਸ ने। ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਆ ਕਮ ਸੇ ਕਮ ਇਹਨਾਂ ਦੇ ਨੇਮਸ ਐਂਡ ਈਅਰਸ। ਇਸ ਤੋਂ ਬਾਅਦ ਆਉਂਦਾ ਹੈ ਇਸ ਦੇ ਵਿੱਚ ਆਰਗੇਨਿਜ਼ਮਸ ਕਿਹੜੇ ਨੇ? ਫੋਟੋ ਆਟੋਟ੍ਰੋਪਸ, ਮੀਨਸ ਜਿਹੜੇ ਲਾਈਟ ਦੇ ਨਾਲ ਆਪਣਾ ਖਾਣਾ ਬਣਾ ਰਹੇ ਨੇ, ਲਾਈਕ ਪਲਾਂਟਸ। एंड सेकेंडली सैप्रोट्रॉप्स और डिकम्पोजर्स, ठीक है। थर्ड वन हेट्रोट्रॉप्स एंड होलोजोइक, जिवें कि एनिमल्स हुंदे ने, दे डिपेंड ऑन द अदर्स। इस तो बाद आंदा है प्रोटिस्टा इंक्लूड्स द यूनिसेलुलर एंड होलोजोइक ऑर्गेनिजम्स। मिक्सोमाइकोटा इंक्लूड्स, हुण देखो इसनूं ना थोड़ी जी ब्रांचेस डिवाइड करता, ठीक है। मींस ਜਿਹੜੇ ਹੁਣ ਸੈਪਰੋਟ੍ਰॉप्स ਤੇ ਡੀਕੰਪੋਜ਼ਰਸ ਨੇ, ਇਹਨਾਂ ਨੂੰ ਕਿਹਦੇ ਅੰਡਰ ਕਰਤਾ? ਮਿਕਸੋਮਾਈਕੋਟਾ ਦੇ ਅੰਦਰ। ਥਰਡ ਜਿਹੜਾ ਆ ਰਿਹਾ ਦੈਟ ਇਜ਼ ਜਿਹੜੇ ਫੋਟੋਸਿੰਥੈਟਿਕ ਨੇ, ਜਿਹੜੇ ਖੁਦ ਆਪਣਾ ਖਾਣਾ ਬਣਾ ਰਹੇ ਨੇ ਲਾਈਟ ਤੋਂ, ਪਲਾਂਟਸ ਵਾਲੇ, ਉਹਨਾਂ ਦਾ ਕੀ ਹੈਗਾ? ਡਾਇਨੋਫਲੈਜਲੇਟਾ, ਕ੍ਰਾਈਸੋਫਾਈਟਾ, ਯੂਗਲਿਨੋਫਾਈਟਾ। ਦੇ ਆਰ ਨੋਨ ਐਜ਼ ਦ ਫੋਟੋਸਿੰਥੈਟਿਕ ਪ੍ਰੋਟਿਸਟ, ਠੀਕ ਹੈ। ਔਰ ਇਹ ਕਿੱਥੇ, ਇਹਦਾ ਹੈਬਿਟੇਟ ਕੀ ਹੈ, ਕਿੱਥੇ ਪਾਏ ਜਾਂਦੇ ਆ, ਕਿੱਥੇ ਗਰੋ ਹੁੰਦੇ ਨੇ? in the moist and the humid conditions, means थोड़ा जिथे गिल्लापन होवे, ठीक है, moist जगह दे विच। इस तो बाद देखो प्रोटिस्टा दी क्लासिफिकेशन। प्रोटोजोआ, मिक्सोमाइकोटा, डायनोफ्लैजिलेटा, क्राइसोफाइटा, यूग्लिनोफाइटा, राइट। जेडे लास्ट 3 ने ਇਹ ਕਿਹਦੇ ਵਿੱਚ ਆ ਰਹੇ ਨੇ? ਫੋਟੋਸਿੰਥੈਟਿਕ ਪ੍ਰੋਟਿਸਟ। ਮਿਕਸੋਮਾਈਕੋਟਾ ਦਾ ਦੂਸਰਾ ਨਾਮ ਸਲਾਈਮ ਮੋਲਡਸ। ਇਹ ਕੀ ਨੇ? ਸੈਪਰੋਟ੍ਰੋਪਸ ਤੇ ਡੀਕੰਪੋਜ਼ਰਸ, ਠੀਕ ਹੈ। ਪ੍ਰੋਟੋਜ਼ੋਆ ਜੋ ਆਪਾਂ ਮੋਸਟਲੀ ਵਰਡ ਯੂਜ਼ ਕਰਦੇ ਹਾਂ ਪ੍ਰੋਟੋਜ਼ੋਨਸ ਲਈ, ਪਾਣੀ ਵਿੱਚ ਜਿਹੜਾ ਆਪਾਂ ਹੁਣ ਤੱਕ ਪੜ੍ਹਦੇ ਆਏ ਆ ਨਾ ਕਿ ਪ੍ਰੋਟੋਜ਼ੋਆ ਕੀ ਨੇ, ਠੀਕ ਹੈ। ਪ੍ਰੋਟੋਜ਼ੋਆ ਦੀ ਵੀ ਅੱਗੇ ਕਲਾਸੀਫਿਕੇਸ਼ਨ ਪੜ੍ਹਨੀ ਹੈ ਹੁਣ ਆਪਾਂ। ਇਸ ਦੀਆਂ 4 ਕਲਾਸਿਸ ਹੁੰਦੀਆਂ ਅਕੋਰਡਿੰਗ ਟੂ ਦਾ ਲੋਕੋਮੋਸ਼ਨ ਸਟਰਕਚਰ, means how they move from one place to another। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਜਿਹੜੀ ਚੀਜ਼ ਉਹ ਯੂਜ਼ ਕਰਦੇ ਨੇ, ਉਸ ਨੂੰ ਲੈ ਕੇ ਜਿਹੜੀ ਕਲਾਸੀਫਿਕੇਸ਼ਨ ਹੋਈ ਹੈ ਇਸ ਫਾਈਲਮ ਦੀ ਪ੍ਰੋਟੋਜ਼ੋਆ ਦੀ, ਉਹ ਕੀ ਹੈ ਉਹ ਆਪਾਂ ਪੜ੍ਹਦੇ ਹਾਂ। ਫਰਸਟ ਇਜ਼ ਅ ਸਾਰਕੋਡੀਨਾ। ਸਾਰਕੋਡੀਨਾ ਦੇ ਵਿੱਚ ਕੀ ਆਉਂਦਾ? ਅਮੀਬਾ ਐਂਡ ਅਮੀਬਾ, ਮੀਨਸ ਜਦੋਂ ਆਪਾਂ ਅਮੀਬਾ ਦਾ ਨਾਮ ਲੈਂਦੇ ਆਪਾਂ ਨੂੰ ਕੀ ਯਾਦ ਆਉਂਦਾ? ਕੀ ਸਿਊਡੋਪੋਡੀਆ ਹੋਏਗਾ ਇਸ ਦੇ ਵਿੱਚ, ਠੀਕ ਹੈ। ਸੈਕਿੰਡ ਆਂਦਾ ਹੈ ਫਲੈਜਲੇਟਾ। ਫਲੈਜਲੇਟਾ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਫਲੈਜਲੇਟਾ ਦੇ ਥਰੂ ਹੋਏਗੀ ਲੋਕੋਮੋਸ਼ਨ। ਤਾਂ ਉਸਦੀ ਐਗਜ਼ਾਮਪਲਸ ਕੀ ਨੇ? ਲਿਸ਼ਮੈਨੀਆ, ਜਿਆਰਡੀਆ, ਟ੍ਰਾਈਕੋਮੋਨਾਸ, ਰਾਈਟ। ਥਰਡ ਇਜ਼ ਦ ਸੀਲੀਏਟਾ। ਲੋਕੋਮੋਸ਼ਨ ਕਿਹਦੇ ਦੁਆਰਾ ਹੋਏਗੀ? ਸੀਲੀਆ ਦੇ ਥਰੂ। ਹੁਣ ਜਿਵੇਂ ਆਪਾਂ ਪੈਰਾਮੀਸ਼ੀਅਮ ਦੀ ਡਾਇਗਰਾਮ ਦੇਖੀ ਹੈ, ਵੋਟੀਸੈਲਾ ਦੀ ਦੇਖੀ ਹੈ, ਤਾਂ ਉਸਤੇ ਛੋਟੇ ਛੋਟੇ ਹੇਅਰਸ ਲਾਈਕ ਸਟਰਕਚਰ ਹੈ ਨਾ, ਦੈਟ ਇਜ਼ ਸੀਲੀਆ। ਐਂਡ ਲਾਸਟ ਇਜ਼ ਦ ਸਪੋਰੋਜ਼ੋਆ। ਮੀਨਸ ਇਸ ਚ ਕੁਝ ਨਹੀਂ ਹੁੰਦਾ, ਸਿਰਫ ਫਲੂਇਡ ਦੇ ਨਾਲ ਹੀ, ਜਿਵੇਂ ਆਪਾਂ ਕਹਿੰਦੇ ਹਾਂ ਕਿ ਪਾਣੀ ਦੇ ਬਹਾਵ ਨਾਲ ਹੀ ਇੱਥੋਂ ਚੀਜ਼ ਉੱਧਰ ਪਹੁੰਚ ਗਈ, ਹੈ ਨਾ। ਕੋਈ ਸਪੈਸ਼ਲ ਨਾ ਫਲੈਜਲਾ ਹੈ ਨਾ ਸੀਲੀਆ ਹੈ, ਕੋਈ ਸਪੈਸ਼ਲ ਸਟਰਕਚਰ ਨਹੀਂ ਹੈ ਉਸਦੇ ਉੱਪਰ, ਠੀਕ ਹੈ। ਬੋਡੀ ਫਲੂਇਡ ਦੇ ਵਿੱਚ ਹੀ, ਜਿਵੇਂ ਸਾਈਟੋਪਲਾਜ਼ਮ ਦੇ ਅੰਦਰ ਹੀ ਘੁੰਮੀ ਜਾ ਰਿਹਾ ਉਹ, ਠੀਕ ਹੈ, ਡਿਊ ਟੂ ਪ੍ਰੈਸ਼ਰ, ਜਦੋਂ ਬਹਾਵ ਹੁੰਦਾ ਉਧਰ ਨੂੰ ਹੋ ਜਾਂਦਾ ਹੈ।
ਫॉर एग्जांपल प्लाज्मोडियम। ठीक है, ये 4 तरह दी क्लासेस ने इस दे अंदर फाइलम प्रोटोजोआ दे अंदर, डिपेंड ऑन द लोकोमोशन स्ट्रक्चर। ठीक है, इस तो बाद आंदे ने ऑर्गेनिजम्स जेडे कि फ्री लाइंग ने। फ्री लाइंग समझदे हो, मींस किसी दूजे ते डिपेंड नहीं है, एवें ही पए ने एनवायरनमेंट च भी। जिवें पैरामीशियम है, अमीबा है, ठीक है, पानी दे विच एवें ही मिलदा ना, माउंट वाटर च किते भी खड़े होए पानी दे विच मिल जाणगे। ठीक है, दूसरे हुंदे ने पैरासिटिक, मींस ये बिना पैरासाइट्स तो नहीं पाए जाते, इन्हां नूं कोई ना कोई एक होस्ट चाहिए जिहदे विच सर्वाइव करन। ठीक है, इन्हां दी एग्जांपल्स ने प्लाज्मोडियम, एंटामीबा, लिशमेनिया, ट्राइकोमोनास, ट्रिपेनोसोमा। ये सारियां ही इंपॉर्टेंट ने क्योंकि सब दी ही डिजीजेस जिहड़ियां भी कॉज करदे ने वो इंपॉर्टेंट ने। ठीक है, कॉजेटिव एजेंट्स ने ना ये सारे, ਤਾਂ ਇਹ ਆਪਾਂ ਨੂੰ ਸਾਰੇ ਹੀ ਯਾਦ ਹੋਣੇ ਚਾਹੀਦੇ ਆ ਔਰ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ ਪੈਰਾਸਿਟਿਕਸ ਆਉਂਦੇ ਨੇ। ਥਰਡ ਆਂਦਾ ਸਿੰਬਾਇੰਟਸ। ਸਿੰਬਾਇੰਟਸ ਵਿੱਚ ਕੀ ਆਂਦਾ ਹੈ? ਟ੍ਰਾਈਕੋਨਿੰਫਾ ਇਨ ਦਾ ਗਟ ਆਫ ਦਾ ਕਾਕਰੋਚ ਐਂਡ ਟਰਮਾਈਟਸ। ਨਾਰਮਲੀ ਇਹ ਕਿਵੇਂ ਰੀਪਰੋਡਿਊਸ ਕਰਦੇ ਨੇ? ਪ੍ਰੋਟੋਜ਼ੋਆ ਵਾਲੇ ਬਾਈਨਰੀ ਫਿਸ਼ਨ, ਕਿਉਂਕਿ ਆਪਾਂ ਐਗਜ਼ਾਮਪਲ ਪੜ੍ਹੀ ਸੀ ਨਾ, ਅਮੀਬਾ ਚ ਬਾਈਨਰੀ ਫਿਸ਼ਨ ਹੁੰਦੀ ਹੈ ਤੇ ਪਲਾਜ਼ਮੋਡੀਅਮ ਚ ਮਲਟੀਪਲ ਫਿਸ਼ਨ। ਬਾਈਨਰੀ ਦੇ ਵਿੱਚ ਹਮੇਸ਼ਾ 2 ਚ ਹੀ ਡਿਵਾਈਡ ਹੁੰਦਾ ਹੈ ਔਰ ਮਲਟੀਪਲ ਦੇ ਵਿੱਚ more than 2। ਇਸ ਤੋਂ ਬਾਅਦ ਆਉਂਦਾ ਸੈਕਸੁਅਲ ਰੀਪਰੋਡਕਸ਼ਨ। ਕਿਵੇਂ ਹੁੰਦੀ ਹੈ ਪੈਰਾਮੀਸ਼ੀਅਮ ਦੇ ਵਿੱਚ? ਬਾਈ ਕੰਜੂਗੇਸ਼ਨ। ਕੰਜੂਗੇਸ਼ਨ ਹੁੰਦਾ ਹੈ ਜੁੜਨਾ। ਤੁਹਾਨੂੰ ਡਾਇਗਰਾਮ ਚ ਮੈਂ ਦਿਖਾ ਦਾਂਗੀ, ਇਸ ਬੁੱਕ ਚ ਨਹੀਂ ਹੈ ਡਾਇਗਰਾਮ। ਠੀਕ ਹੈ, ਤੁਸੀਂ ਕੰਜੂਗੇਸ਼ਨ ਦੇਖਣਾ, ਅਗਰ ਨਹੀਂ ਪਤਾ ਲੱਗੇਗਾ ਮੈਨੂੰ ਪੁੱਛ ਲੈਣਾ। ਇਹ ਜੁਆਇੰਟ ਹੁੰਦਾ, ਜਿਵੇਂ ਕੱਲ ਤੁਹਾਨੂੰ ਫ੍ਰੈਗਮੈਂਟਸ ਕਰਵਾਏ ਸੀ ਨਾ ਇੱਕ ਲਾਈਨ ਦੇ ਥਰੂ ਜੁੜੇ ਹੋਏ ਸੀ, ਇਸ ਤਰੀਕੇ ਨਾਲ ਹੁੰਦੀ ਹੈ। ਐਂਡ ਬਾय ਦਾ ਗੈਮੀਟ ਫਾਰਮੇਸ਼ਨ ਇਨ ਦਾ ਪਲਾਜ਼ਮੋਡੀਅਮ। ਪਲਾਜ਼ਮੋਡੀਅਮ ਦੇ ਵਿੱਚ ਕਿਵੇਂ ਹੁੰਦੀ ਹੈ? ਉਸ ਗੈਮੀਟਸ ਬਣਦੇ ਨੇ। ਠੀਕ ਹੈ, ਪਲਾਜ਼ਮੋਡੀਅਮ ਦੇ ਵੀ 4 ਉਹ ਨੇ ਜਿਸ ਦੇ ਵਿੱਚ ਆਪਾਂ ਪੜਾਂਗੇ ਕਿਹੜਾ ਜ਼ਿਆਦਾ ਹਾਰਮਫੁਲ ਹੈ। ਉਹ ਇਸ ਬੁੱਕ 'ਚ ਨਹੀਂ ਹੋਏਗਾ, ਉਹ ਮੈਂ ਤੁਹਾਨੂੰ ਐਕਸਟਰਾ ਲਿਖਾ ਦਾਂਗੀ। ਠੀਕ ਹੈ, ਪਲਾਜ਼ਮੋਡੀਅਮ ਕਿਹਦਾ ਪੋਜ਼ਿਟਿਵ ਏਜੰਟ ਹੈ? ਕੀ ਕਾਜ਼ ਕਰਦਾ ਹੈ ਪਲਾਜ਼ਮੋਡੀਅਮ? ਬੜਾ ਕਾਮਨ ਹੈ ਇਹ। प्लाज्मोडियम ਹਾਂਜੀ, ਤੁक्का जी ही लगा मैम, लो। याद नहीं। मलेरिया। ठीक है, मलेरिया, प्लाज्मोडियम, ठीक है। हाँ जी, ये बहुत कॉमन है, कॉमन ठीक। क्वेश्चन है मलेरिया ਦਾ ਪਲਾਜ਼ਮੋਡੀਅਮ। ਇਸ ਚ ਆਉਂਦਾ ਹੁੰਦਾ ਕਿਹੜੀ ਸਪੀਸੀਜ਼ ਕਰਦੀ ਹੈ, ਵਾਈਵੈਕਸ ਕਰਦੀ ਹੈ ਜਾਂ ਜਿੰਨੀਆਂ ਹੋਰ ਸਾਰੀਆਂ ਨੇ ਨਾ, ਚਾਰੋਂ ਪੜਾਵਾਂਗੀ ਮੈਂ। ठीक ठीक है। है, एक मतलब वाइवेक्स है, एक मलेरिया ही है पीछे। ठीक है, एक फैल्सीपैरम है। फैल्सीपैरम है ਜਿਹੜੀ ਸਭ ਤੋਂ ਲੀਥਲ ਹੈ, ਮੀਨਸ ਉਸ ਦੇ ਨਾਲ ਡੈਥ ਹੋ ਜਾਂਦੀ ਹੈ ਪੇਸ਼ੈਂਟ ਦੀ। ठीक है। ठीक है, एक और ਜਿਹਾ ਮਲੇਰੀਆ ਵੀ ਹੈ। ਨੈਕਸਟ ਇਜ਼ ਦਾ ਇਕਨੋਮਿਕ ਇੰਪੋਰਟੈਂਸ। ਇਕਨੋਮਿਕ ਇੰਪੋਰਟੈਂਸ ਆਉਂਦਾ ਹੈ ਜ਼ਿਆਦਾਤਰ ਜਿਹੜੇ ਫਲੈਜਲੇਟਸ ਨੇ ਉਹ ਕੀ ਨੇ? ਪੈਰਾਸਾਈਟਸ ਨੇ ਔਰ ਉਹ ਡਿਜ਼ੀਜ਼ਸ ਕਾਜ਼ ਕਰਦੇ ਨੇ ਹਿਊਮਨਸ ਦੇ ਵਿੱਚ। ਇਹੀ ਸਾਰੇ ਹੁਣ ਆਉਣਗੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਉੱਪਰ, ਪੈਰਾਸਾਈਟਸ, ਪਲਾਜ਼ਮੋਡੀਅਮ, ਐਂਟਾਮੀਬਾ। इसका स्क्रीनशॉट ले लो। ओके। लिशमेनिया एंड डोनोवेनी, काला अज़ार, ट्रिपेनोसोमा, स्लीपिंग सिकनेस, जियार्डिया, जियार्डियासिस, अ डायरियल डिजीज, ट्राइकोमोनास वेजिनालिस, ट्राइकोमोनियासिस। ठीक है, वेजिनालिस की है वो पॉजिटिव एजेंट है, वो पैरासाइट का नाम है। ठीक है, इस तो इलावा प्लाज्मोडियम, मलेरिया, इस जस्ट एक जर्नल उन्होंने लिखता है, जीनस, स्पीशीज नहीं लिखी ना, ਉਹ ਤੁਹਾਨੂੰ ਦੱਸਾਂਗੇ। ਐਂਟਾਮੀਬਾ, ਅਮੀਬੀਐਸਿਸ, ਅਮੀਬਿਕ ਡਿਸੈਂਟਰੀ। ਠੀਕ ਹੈ, ਇਹ ਸੀਗੀ ਸਭ ਤੋਂ ਪਹਿਲੀ ਬ੍ਰਾਂਚ ਪ੍ਰੋਟੋਜ਼ੋਆ ਵਾਲੀ। ਨੈਕਸਟ ਇਜ਼ ਦਾ ਮਿਕਸੋਮਾਈਕੋਟਾ। ਇਸ ਦੇ ਵਿੱਚ ਕਿਹੜੇ ਫੀਚਰਸ ਸ਼ੋ ਹੁੰਦੇ ਨੇ ਪਲਾਂਟਸ ਦੇ? ਮੀਨਸ ਸਪੋਰਸ ਪ੍ਰੋਡਿਊਸ ਹੁੰਦੇ ਨੇ ਵਿਚ ਹੈਵ ਦਾ ਸੈਲ ਵਾਲ। ਔਰ ਐਨੀਮਲਸ ਦੇ ਵਿੱਚ ਕਿਹੜਾ ਸ਼ੋ ਹੁੰਦਾ ਹੈ? ਮੋਡ ਆਫ ਨਿਊਟ੍ਰੀਸ਼ਨ ਐਂਡ ਦਾ ਸੋਮੈਟਿਕ ਆਰਗੇਨਾਈਜੇਸ਼ਨ। And Myxomycota is also known as slime molds. slime mold। जी, मैम बच्ची मनमीत टाइपिंग की, ਤੁਹਾਡਾ ਹੈ ਨਾ? हाँ जी मैम, मनमीत की वॉइस कॉल आ रही है। ओके, करो अटेंड। वो ज्वाइन नहीं कर पा रही।
हेलो हाँ हेलो जी, मैम। होगी गल? मैम हाँ वो जी, ना हाँ जी। मीटिंग दा पासकोड पूछ, हाँ जी मनमीत मीटिंग दा पासकोड पूछ रही है। स्मॉल यू, 2 बारी स्मॉल यू लिखो। हाँ जी बलजीत, आ गए तुसी? एक मिनट मैम, मनमीत। हेलो, हाँ मैं ना ਤੁਹਾਨੂੰ ਮੈਸੇਜ इस टाइम चल रहा ਸੀਗਾ ਪੈਰਾਸਿਟਿਕ। ਪੈਰਾਸਿਟਿਕ ਵਿੱਚ ਦੇਖੋ ਇਹ ਸਾਰੀਆਂ ਜੋ ਡਿਜ਼ੀਜ਼ਸ ਹੁੰਨੇ ਮੈਂ ਦੱਸੀਆਂ ਨੇ ਨਾ, ਲਿਸ਼ਮੇਨੀਆ, ਡੋਨੋਵੈਨੀ, ਇਸ 'ਚ ਤੁਸੀਂ ਇਹ ਜ਼ਰੂਰ ਯਾਦ ਕਰਨੇ ਨੇ ਕੌਜ਼ੇਟਿਵ ਏਜੰਟਸ ਦੇ ਨੇਮ। ਠੀਕ ਹੈ, ਹੁਣ ਆਪਾਂ ਸਟਾਰਟ ਕੀਤਾ ਸੀ ਮਿਕਸੋਮਾਈਕੋਟਾ। ਇਹਨਾਂ ਦਾ ਦੂਸਰਾ ਨਾਮ ਕੀ ਹੈ? ਸਲਾਈਮ ਮੋਲਡਸ। ਇਹ ਦੋ ਤਰ੍ਹਾਂ ਦੇ ਹੁੰਦੇ ਆ, ਸੈਲੂਲਰ ਐਂਡ ਏਸੈਲੂਲਰ। ਠੀਕ ਹੈ, थर्ड वन इज द डायनोफ्लैजिलेटा। आप 5 टाइप्स की क्लासिफिकेशन दसी सी प्रोटिस्टा दी। प्रोटोजोआ वी हैव डन ऑलरेडी। मिक्सोमाइकोटा हुणे तुहानू दस्सिया। स्लाइम मोल्ड दो तरह दा, सैलूलर एसैलूलर। हुण आपां थर्ड ते आ गए डायनोफ्लैजिलेटा। डायनोफ्लैजिलेटा, क्राइसोफाइटा एंड यूग्लिनोफाइटा, ये तीनों की ने फोटोसिंथेटिक प्रोटिस्ट ने। ठीक है, फोटोसिंथेटिक ने तीनों। डायनोफ्लैजिलेटा विच की आंदा है? They are unicellular and have a cellulosic cell wall divided into the plates. और डाय तो पता लग रहा है टू, फ्लैजिलेटा टू फ्लैजिला। ठीक है, one lies in the longitudinal direction while the other lies transversely. ठीक है, मींस दोनों एक जगह ते नहीं है, अलग अलग डायरेक्शंस विच ने। ठीक है जी, नेक्स्ट इस दे विच किवें हैगी है? ਸੈਕਸ਼ੂਅਲ ਰਿਪਰੋਡਕਸ਼ਨ ਇਸ ਆਪਾਂ ਨੂੰ ਪਤਾ ਨਹੀਂ ਹੈ, ਅਨਨੋਨ ਹੈ। ਹਾਂਜੀ, ਰੈਡ ਟਾਈਡ ਇਨ ਦਾ ਓਸ਼ੀਅਨ ਇਜ਼ ਦਾ ਕਾਜ਼। ਕੀ ਕਾਜ਼ ਹੈ ਇਸ ਦਾ ਕਾਜ਼ ਹੈ ਕੋਰਨੀਅਲਿਕਸ। ਇਟ ਸੈਕਰੀਟਸ ਅ ਟੌਕਸਿਨ ਦੈਟ ਕਾਜ਼ਸ ਅ ਫਿਸ਼ ਮੋਰਟੈਲਿਟੀ। ਇਸ ਦੇ ਨਾਲ ਕੀ ਹੁੰਦਾ ਹੈ? ਆਪਣੀ ਜਿਹੜੀ ਫਿਸ਼ ਹੈ, ਫਿਸ਼ਿਸ ਦੀ ਡੈਥ ਹੋਣੀ ਸਟਾਰਟ ਹੋ ਜਾਂਦੀ ਹੈ। ਐਂਡ ਅਦਰ ਐਗਜ਼ਾਮਪਲਸ ਕੀ ਨੇ ਇਸ ਫਾਈਲਮ ਦੀਆਂ? ਡਾਇਨੋਫਲੈਜਲੇਟਾ ਦੀਆਂ, ਨੌਕਟੀਲਿਊਕਾ, ਸੈਰਾਟੀਅਮ, ਗਲੈਨਿਡੋਲੀਅਮ। ਇਹ ਤੁਸੀਂ ਨਾ ਸਕਰੀਨਸ਼ਾਟ ਲੈ ਸਕਦੇ ਹੋ ਨਾਲ ਨਾਲ। फोर्थ वन इज द क्राइसोफाइटा। क्राइसोफाइटा ਦਾ ਦੂਸਰਾ ਨਾਮ ਕੀ ਆਂਦਾ? ਡਾਇਟਮਸ। ਠੀਕ ਹੈ, ਇਹਨਾਂ ਨੂੰ ਪਹਿਲਾਂ ਹੋਰ ਕੀ ਬੋਲਿਆ ਜਾਂਦਾ ਸੀਗਾ? 골ਡਨ ਬ੍ਰਾਊਨ ਐਲਗੀ। ਕਿੱਥੇ ਪਾਈ ਜਾਂਦੇ ਆ? ਹੈਬਿਟੇਟ ਕੀ ਨੇ? ਮੈਰੀਨ ਐਂਡ ਫਰੈਸ਼ ਵਾਟਰ। ਔਰ ਇਹ ਮੋਸਟਲੀ ਕੀ ਬਣਾਉਂਦੇ ਸੀਗੇ? ਫਾਈਟੋਪਲੈਂਕਟਨਸ। they float on the surface of the water body because of the storage lipids in them. ਠੀਕ ਹੈ, float ਕਰਦੇ ਨੇ ਉੱਪਰ ਪਾਣੀ ਦੇ। ਕਿਉਂ? ਰੀਜ਼ਨ ਕੀ ਹੈ? ਕਿਉਂਕਿ ਇਹਨਾਂ ਦੇ ਵਿੱਚ ਕੀ ਸਟੋਰ ਹੈ? ਲਿਪਿਡਸ ਨੇ। ਔਰ ਡਾਇਟਮਸ ਕੀ ਨੇ? ਕਿਵੇਂ ਦੀ ਸਿਮੈਟਰੀ ਹੈ? ਬਾਇਲੇਟਰਲ। ਠੀਕ ਹੈ, ਔਰ ਰੇਡੀਅਲੀ ਸਿਮੈਟ੍ਰਿਕਲ। ਰੇਡੀਅਲੀ ਸਮਝਦੇ ਹੋ? ਜਿਵੇਂ ਸਟਾਰਫਿਸ਼ ਦੀ ਹੈ। ਠੀਕ ਹੈ, they have a cell wall impregnated with the silica which makes the fine characteristic designs. ਇਹ ਯਾਦ ਰੱਖਣਾ ਹੈ, ਸੈਲ ਵਾਲ ਕਿਸ ਚੀਜ਼ ਦੀ ਬਣੀ ਹੋਈ ਹੈ? ਸਿਲਿਕਾ ਦੀ। ਠੀਕ ਹੈ, ਕ੍ਰਾਈਸੋਫਾਈਟਾ ਦੇ ਵਿੱਚ। ਤੇ ਇਸ ਤੋਂ ਇਲਾਵਾ ਹੋਰ ਕੀ ਹੈ? ਇਸ ਦੇ ਵਿੱਚ ਓਵਰਲੈਪਿੰਗ ਹੈ, ਹਾਫਸ ਲਾਈਕ ਅ ਸੋਪ ਕੇਸ। ਸੋਪ ਕੇਸ ਹੁੰਦਾ ਨਾ, ਜਿਵੇਂ ਇੱਕ ਦੇ ਵਿੱਚ ਦੂਸਰੀ ਚੀਜ਼ ਫਸ ਜਾਂਦੀ ਹੈ, ਆਪਾਂ ਬੰਦ ਕਰ ਦਿੰਦੇ ਹਾਂ, ਉਹਨੂੰ ਪੈਕ ਕਰ ਦਿੰਦੇ ਹਾਂ। ਆਊਟਰ ਲਿਡ ਪਾਰਟ ਹੁੰਦਾ, ਢੱਕਣ ਲੱਗ ਜਾਂਦਾ ਹੈ, ਉਵੇਂ ਉਸ ਤਰੀਕੇ ਨਾਲ ਜਿਹੜਾ ਆਊਟਰ ਲਿਡ ਲਾਈਕ ਪਾਰਟ ਹੈ ਇਸ ਦੇ ਵਿੱਚ, ਉਹਨੂੰ ਬੋਲਦੇ ਆ ਐਪੀਥੀਕਾ। ਲੋਅਰ ਪਾਰਟ ਨੂੰ ਬੋਲਦੇ ਆ ਹਾਈਪੋਥੀਕਾ। ਮੀਨਸ ਜੀ ਚ ਆਪਾਂ ਸੋਪ ਨੂੰ ਰੱਖਦੇ ਹਾਂ ਉਹ ਹਾਈਪੋਥੀਕਾ ਹੈ, ਉਸਦਾ ਜਿਹੜਾ ਢੱਕਣ ਹੈ ਉਹ ਐਪੀਥੀਕਾ ਹੈ। ਠੀਕ ਹੈ, cell wall is nearly indestructible and forms a diatomaceous earth at the bottom ocean floor. ਬਿਲਕੁਲ ਨੀਚੇ ਦੀ ਗੱਲ ਹੋ ਰਹੀ ਹੈ, ਜਿੱਥੇ ਪਾਣੀ ਹੈਗਾ ਉਹਦੇ ਬਿਲਕੁਲ ਨੀਚੇ ਓਸ਼ੀਅਨ ਦੇ ਫਲੋਰ ਦੀ ਗੱਲ ਹੋ ਰਹੀ ਹੈ। they reproduce asexually by the binary fission. ਦੇਖੋ ਆਪਾਂ ਇਸ ਤੋਂ ਪਹਿਲਾਂ ਡਾਇਨੋਫਲੈਜਲੇਟਾ ਵਿੱਚ ਸੀਗਾ ਨਾ, ਸੈਕਸ਼ੁਅਲੀ ਪਤਾ ਹੀ ਨਹੀਂ ਸੀ ਕਿਵੇਂ ਹੈ ਡਿਵੀਜ਼ਨ।
ਤਾਂ ਇਸ ਦੇ ਵਿੱਚ ਇਹ ਸੈਕਸ਼ੁਅਲੀ ਹੈਗੀ ਹੈ ਬਾਈਨਰੀ ਫਿਸ਼ਨ ਦੇ ਨਾਲ, ਸੈਕਸ਼ੁਅਲੀ ਕਿਵੇਂ ਹੈ ਗੈਮੀਟਸ ਦੇ ਨਾਲ। ਗੈਮੀਟਸ ਦੇ ਨਾਲ ਵੀ ਕਿਹੜੀ ਪ੍ਰੋਸੈਸ ਹੋਣੀ ਹੈ ਉਸ ਤੋਂ ਅੱਗੇ ਮਿਓਸਿਸ ਹੋਏਗੀ ਐਂਡ ਦ ਫਿਊਜ਼ਨ ਪ੍ਰੋਡਕਟ ਡਿਵੈਲਪ ਇਨਟੂ ਦ ਆਕਸੋਪੋਰ। ਇਹ ਵੀ ਆ ਜਾਂਦਾ ਹੈ ਕੁਐਸਚਨ ਆਕਸੋਪੋਰ ਨੂੰ ਲੈ ਕੇ, ਠੀਕ ਹੈ। ਪ੍ਰੋਟੋਜ਼ੋਆ ਦੀ ਕਿਹੜੀ ਬ੍ਰਾਂਚ ਦੇ ਵਿੱਚ ਹੈ, ਕ੍ਰਾਈਸੋਫਾਈਟਾ ਹੈ, ਡਾਇਨੋਫਲੈਜੇਲੇਟਾ ਹੈ, ਆਪਾਂ ਕਨਫਿਊਜ਼ ਹੋ ਜਾਂਦੇ ਆ ਬੱਚੇ ਆ ਜਿਹੜੇ, ਠੀਕ ਹੈ। ਤਾਂ ਤੁਸੀਂ ਇਹ ਯਾਦ ਰੱਖਣਾ ਕਿ ਇਹ ਕ੍ਰਾਈਸੋਫਾਈਟਾ ਚ ਆਪਾਂ ਜੋ ਚੀਜ਼ਾਂ ਪੜ੍ਹੀਆਂ ਇਹਨਾਂ ਨੂੰ ਇੱਕ ਸਾਈਡ ਤੇ ਲਿਖ ਲਿਓ। ਇਸ ਤੋਂ ਬਾਅਦ ਆਉਂਦਾ ਹੈ ਲਾਈਫ ਸਾਈਕਲ ਆਫ ਅ ਡਾਇਟਮ, ਔਰ ਉੱਥੇ ਜ਼ਰੂਰੀ ਨਹੀਂ ਹੈ ਕਿ ਕ੍ਰਾਈਸੋਫਾਈਟਾ ਹੀ ਲਿਖਿਆ ਹੋਏਗਾ, ਉੱਥੇ ਡਾਇਟਮਸ ਵੀ ਹੋ ਸਕਦਾ ਹੈ, ਗੋਲਡਨ ਬਰੂ ਐਲਗੀ ਵੀ ਹੋ ਸਕਦੀ ਹੈ, ਠੀਕ ਹੈ। ਈਵਨ ਕਿ ਆ ਵਰਡ ਵੀ ਯੂਜ਼ ਹੋ ਸਕਦਾ ਹੈ ਫਾਈਟੋਪਲੈਂਕਟਨਸ, ਕਨਫਿਊਜ਼ ਕਰਨ ਲਈ, ਠੀਕ। Diatoms form the major phytoplanktons of the oceans and account for 80%. Diatomaceous earth is used, ਹੁਣ ਜਿਹੜੀ ਉਹ ਅਰਥ ਹੈ ਮੀਨਸ ਜਿੱਥੋਂ ਨੀਚੇ ਜਾ ਕੇ ਸੈਟਲ ਹੋ ਗਈ, ਸੈਲ ਵਾਲ ਇੰਡਿਸਟਰਕਟੀਬਲ ਹੈ ਨਾ, ਟੁੱਟੇਗੀ ਨਹੀਂ, ਉਹ ਸਿਲਿਕਾ ਦੀ ਹੈ, ਤਾਂ ਉਹਦਾ ਕੀ ਯੂਜ਼ਸ ਨੇ, ਕਿੱਥੇ ਯੂਜ਼ ਹੁੰਦੀ ਹੈ, ਐਜ਼ ਐਬਜ਼ੋਰਬੈਂਟ ਫॉर द ਲਿਕੁਇਡ ਨਾਈਟ੍ਰੋਗਲਿਸਰੀਨ ਟੂ ਮੇਕ ਦ ਐਕਸਪਲੋਸਿਵਸ, ਜਿਹੜੇ ਆਪਣੇ ਐਕਸਪਲੋਜਨਸ ਲਈ ਬੰਬ ਵਗੈਰਾ ਦੇ ਵਿੱਚ ਬਣਦੇ ਆ, ਤਾਂ ਉਸ ਤੇ ਲਿਕੁਇਡ ਨਾਈਟ੍ਰੋਗਲਿਸਰੀਨ ਨੂੰ ਐਬਜ਼ੋਰਬੈਂਟ ਦੀ ਤਰ੍ਹਾਂ ਯੂਜ਼ ਕਰਨ ਲਈ ਇਹ ਅਰਥ ਯੂਜ਼ ਹੁੰਦੀ ਹੈ, ਠੀਕ ਹੈ। ਫॉर ਫਿਲਟਰਿੰਗ ਦ ਲਿਕੁਇਡਸ ਇਨਟੂ ਦ ਸ਼ੂਗਰ ਫੈਕਟਰੀਜ਼, ਜਿਹੜੀ ਸ਼ੂਗਰ ਫੈਕਟਰੀਜ਼ ਨੇ ਉੱਥੇ ਲਿਕੁਇਡ ਨੂੰ ਪਿਉਰੀਫਾਈ ਕਰਨ ਲਈ, ਫਿਲਟਰ ਕਰਨ ਲਈ। ਇਨਰਟ ਐਕਸਟੈਂਡਰ ਇਨ ਦ ਪਲਾਂਟਸ, ਇਨਸੂਲੇਟਰ ਦੀ ਤਰ੍ਹਾਂ ਬੋਇਲਰਸ ਯੂਜ਼ ਹੁੰਦੀ ਹੈ, ਫਰਨੇਸਿਸ ਯੂਜ਼ ਹੁੰਦੀ ਹੈ। in powdered form as abrasive in the silver polish and toothpaste, ਮੈਮ ਜਿਹੜਾ ਠੀਕ ਹੈ। ਆਪਾਂ ਘਰੇ ਮਟਕਾ ਯੂਜ਼ ਕਰਦੇ ਹੁੰਨੇ ਆ, ਕੀ ਕਹਿ ਰਹੇ ਹੋ ਰਾਜੇ? ਹਾਂ ਜਿਹੜਾ ਆਪਾਂ ਮਿੱਟੀ ਦਾ ਘੜਾ ਯੂਜ਼ ਕਰਦੇ ਨੇ ਉਹਦੇ ਥੋੜਾ ਜਿਹਾ ਉੱਚੀ ਬੋਲੋ। ਹਾਂਜੀ ਮੈਮ ਮੈਂ ਕਹਿ ਰਹੀ ਸੀ ਵੀ ਜਿਹੜਾ ਆਪਾਂ ਘਰੇ ਮਟਕਾ ਯੂਜ਼ ਕਰਦੇ ਹੁੰਨੇ ਆ ਮਿੱਟੀ ਦਾ ਘੜਾ, ਉਹਦੇ ਵਿੱਚ ਵੀ ਡਾਇਆਟਮਸ ਦਾ ਹੀ ਹੁੰਦਾ ਨਾ ਫਿਲਟਰੇਸ਼ਨ, ਜੋ ਘੜੇ ਦੀ ਆਪਾਂ ਨੂੰ ਪਾਣੀ ਉਸ ਚ ਆਪਾਂ ਨੀਚੇ ਇਹ ਨਹੀਂ ਕਹਿ ਸਕਦੇ, ਨਹੀਂ ਉਸ ਚ ਆਪਾਂ ਇਹ ਚੀਜ਼ ਨਹੀਂ ਯੂਜ਼ ਕਰ ਸਕਦੇ। ਉਹਦਾ ਦੂਜਾ ਸਿਸਟਮ ਹੈ ਜਿਹੜਾ ਆਪਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਨਾ, ਪੱਥਰ ਰੱਖ ਕੇ, ਰੇਤਾ ਰੱਖ ਕੇ, ਹਾਂ ਪਾਣੀ ਤੇ ਫਿਲਟਰ ਹੁੰਦੇ ਮੈਥਡ ਸੀਗੇ, ਠੀਕ ਹੈ। ਇਸ ਨੂੰ ਤੁਸੀਂ ਉਸ ਚੀਜ਼ ਨਾਲ ਕੰਪੇਅਰ ਨਹੀਂ ਕਰ ਸਕਦੇ, ਇਹ ਸੀ ਦੇ ਵਿੱਚ ਹੈ, ਓਸ਼ੀਅਨਸ ਦੇ ਵਿੱਚ ਹੈ ਇਹ, ਜਿੱਥੇ ਡਾਇਟਮਸ ਸਰਵਾਈਵ ਕਰਦੇ ਆ। ਓਕੇ ਮੈਮ, ਇੱਕ ਨਾ ਮੈਮ ਇਹ ਕਨਸੈਪਟ ਸੀਗਾ, ਪਤਾ ਨਹੀਂ ਜਦੋਂ ਮੈਂ ਬਾਇਓਟੈਕਨੋਲੋਜੀ ਬੀਐਸਸੀ ਬਾਇਓਟੈਕਨੋਲੋਜੀ, ਹਾਂਜੀ ਮੈਨੂੰ ਉਵੇਂ ਜੇ ਮਾਈਂਡ ਚ ਆ ਰਿਹਾ ਵੀ ਸਾਨੂੰ ਜਦੋਂ ਮੈਮ ਦੱਸਦੇ ਸੀਗੇ ਮੈਨੂੰ ਲੱਗਾ ਕਿ ਤੇ ਉਹ ਇਹ ਵਾਲਾ ਹੈ। ਨਹੀਂ ਠੀਕ ਇਹ ਉੱਥੇ ਨਹੀਂ ਲਿੰਕ ਹੋਏਗਾ ਹਜੇ, ਠੀਕ ਹੈ, ਉਹ ਅਲੱਗ ਹੈ, ਉਹ ਅੱਗੇ ਆਏਗਾ, ਠੀਕ ਹੈ। ਨੈਕਸਟ ਇਜ਼ ਦਾ ਯੂਗਲਿਨੋਫਾਈਟਾ। ਇਹ ਕੀ ਨੇ? ਫਰੈਸ਼ ਵਾਟਰ ਫਲੈਜਲੇਟ ਐਂਡ ਮੋਟਾਈਲ। ਇਸ ਦੇ ਵਿੱਚ ਫਲੈਜਲਾ ਕਿੰਨਾ ਹੁੰਦਾ ਹੈ? ਸਿੰਗਲ। ਯੂਗਲਿਨਾ ਦੀ ਫੋਟੋ ਤੁਸੀਂ ਪਿਕਚਰ ਦੇਖੀ ਹੈ ਦਿਮਾਗ 'ਚ? ਬ੍ਰਿੰਜਲ ਦੇਖਿਆ ਤੁਸੀਂ? ਹਾਂ ਬ੍ਰਿੰਜਲ, ਯੈਸ ਬੈਂਗਣ, ਮੈਮ, ਹਾਂਜੀ ਬਸ ਐਵੇਂ ਹੀ ਸੋਚ ਲਓ, ਨੀਚੇ ਯੂਗਲਿਨ ਹੈ, ਠੀਕ ਹੈ। ਜਿਵੇਂ ਉਹਦੀ ਉੱਪਰਲੀ ਆਪਾਂ ਬਣਾਉਂਦੇ ਆ ਨਾ ਬੱਚੇ ਨੂੰ ਡਰਾਇੰਗ ਦੇ ਵਿੱਚ ਕਰਵ ਜੀ ਕਰਕੇ ਉੱਪਰ ਉਹਦੀ ਗ੍ਰੀਨ ਜੀ ਡੰਡੀ ਬਣਾਉਂਦੇ ਆ, ਐਵੇਂ ਉਸਦਾ ਫਲੈਜਲਾ ਹੁੰਦਾ, ਠੀਕ ਹੈ। ਬਸ ਉਹ ਥੋੜਾ ਕਾਫੀ ਲੰਬਾ ਹੁੰਦਾ ਕਿਉਂਕਿ ਉਹ ਥ੍ਰੈਡ ਲਾਈਕ ਹੈ ਨਾ, ਓਕੇ। ਇਸ ਤੋਂ ਬਾਅਦ ਆਉਂਦਾ the flagella has its own basal granule, ਜਿੱਥੋਂ flagella ਸਟਾਰਟ ਹੁੰਦਾ ਨਾ ਉੱਥੇ ਇੱਕ basal granule ਹੁੰਦਾ, ਆਈ ਸਪੌਟ ਹੁੰਦਾ, ਠੀਕ ਹੈ। ਉਹਨੂੰ ਹੋਰ ਕੀ ਕਿਹਾ ਜਾਂਦਾ? ਸਟਿਗਮਾ। the cells have an elastic pellicle that gives a definite shape to the cell. Euglena ਕੀ ਹੈ? ਇੱਕ photosynthetic when optimum light is available and non photosynthetic in the absence, means ਦੋਨੋਂ ਤਰੀਕੇ ਨਾਲ ਕੰਮ ਕਰਦਾ ਹੈ, ਅਗਰ ਲਾਈਟ ਹੈ ਤਾਂ ਵੀ, ਅਗਰ ਲਾਈਟ ਨਹੀਂ ਹੈ ਤਾਂ ਵੀ। ਤੇ ਇਹ ਕਿਹਨੂੰ ਇਨਗਲਫ ਕਰਦਾ ਹੈ? ਮੀਨਸ ਕਿਹਨੂੰ ਖਾ ਸਕਦਾ ਹੈ? ਫੂਡ ਮੈਟੀਰੀਅਲਸ ਨੂੰ, ਠੀਕ ਹੈ। ਇਸ ਲਈ ਇਹਨੂੰ ਮਿਕਸੋਟ੍ਰੋਫ ਕਹਿੰਦੇ ਆ, ਮਿਕਸਿੰਗ ਹੈ ਨਾ, ਦੋਨੋਂ ਚੀਜ਼ਾਂ ਕਰ ਸਕਦਾ ਹੈ, ਇਸ ਲਈ ਇਹਨੂੰ ਹੋਰ ਕੀ ਕਹਿੰਦੇ ਆ? ਮਿਕਸੋਟ੍ਰੋਫ। ਤੇ ਆਪਣੇ ਕੰਟਰੈਕਟਾਈਲ ਵੈਕਿਊਲਸ ਜਿਹੜੇ ਪ੍ਰੈਜ਼ੈਂਟ ਹੁੰਦੇ ਨੇ ਉਹ ਕਿਸ ਹੈਲਪ ਕਰਦੇ ਨੇ? ਓਸਮੋ ਰੈਗੂਲੇਸ਼ਨ ਦੇ ਵਿੱਚ। ਓਸਮੋ ਰੈਗੂਲੇਸ਼ਨ ਸਮਝਦੇ ਹੋ ਕੀ ਹੁੰਦੀ ਹੈ? ਸੈਲ ਦੇ ਵਿੱਚ ਹੁੰਦੀ ਹੈ ਨਾ, ਹਰ ਸੈਲ ਦੇ ਵਿੱਚ। ਨਹੀਂ ਪਤਾ? ਨਹੀਂ
थोड़ा ओके, सा प्लांट सेल एंड एनिमल सेल्स की डिफरेंस है। ਲਾਈਕ ਮੈਂ ਤੁਹਾਡੇ ਅੱਗੇ ਇੱਕ ਐਗਜ਼ਾਮਪਲ ਦੇ ਰਹੀ ਹਾਂ। ਇੱਕ ਦੋ ਸੈਲਸ ਨੇ, ਠੀਕ ਹੈ। ਦੋਨਾਂ ਦੇ ਵਿੱਚ ਮੈਂ ਨੀਚੇ ਲੇਬਲ ਕਰ ਰਹੀ ਹਾਂ, ਇੱਕ ਪਲਾਂਟ ਸੈਲ ਹੈ ਔਰ ਦੂਸਰਾ ਐਨੀਮਲ ਸੈਲ, ਠੀਕ ਹੈ। ਤੁਸੀਂ ਇਹ ਦੋਨਾਂ ਨੂੰ ਅਗਰ ਡਿਫਰੈਂਸ਼ੀਏਟ ਕਰਨਾ ਹੈ ਤਾਂ ਤੁਸੀਂ ਕੀ ਕੀਜ਼ ਬਣਾਓਗੇ, ਜਿਸ ਤੋਂ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਮੈਮ ਇਹ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਏਗਾ ਕਿ ਇਹ ਪਲਾਂਟ ਸੈਲ ਹੈ ਜਾਂ ਐਨੀਮਲ ਸੈਲ ਹੈ। ਹਾਂਜੀ ਮੈਮ ਸ਼ੇਪ ਡਿਫਰੈਂਸ ਹੁੰਦਾ ਇੱਕ ਤਾਂ ਉਹਨਾਂ ਦੇ ਵਿੱਚ ਹੈ ਨਾ, ਕਿਸਦਾ? ਸ਼ੇਪ ਡਿਫਰੈਂਸ ਹੁੰਦਾ ਹੈ। ਸਪੈਲਿੰਗ ਬੋਲੋ, ਕੀ ਕਹਿ ਰਹੇ ਹੋ? ਸ਼ੇਪ ਡਿਫਰੈਂਸ ਮੈਮ। ਹਾਂਜੀ ਦੇਖੋ ਮੈਂ ਸ਼ੇਪ ਸੇਮ ਬਣਾਈ ਹੈ। ਸ਼ੇਪ ਸੇਮ ਹੁੰਦੀ ਮੈਮ, ਇੱਕ ਲਾਰਜ ਹੁੰਦਾ ਹੈਗਾ ਇਹਨਾਂ ਵਿੱਚੋਂ। ਦੇਖੋ ਬਰਾਬਰ ਬਣਾਏ ਹੈ। ਹਾਂਜੀ ਮੈਮ ਸੀਗਾ, ਥੋੜਾ ਥੋੜਾ ਸਕਿਪ ਆ ਰਿਹਾ ਮਾਈਂਡ 'ਚ। ਰਾਈਬੋਸੋਮ ਮੈਮ, ਨਿਊਕਲੀਅਸ। ਦੋ ਤਿੰਨ ਆਰਗਨਸ ਸੀਗੇ ਜਿਹੜੇ ਉਹਦੇ ਵਿੱਚ ਹੈ, ਲੇਕਿਨ ਉਹਦੇ ਵਿੱਚ ਨਹੀਂ ਹੈ, ਐਦਾਂ ਕੁਝ ਸੀਗਾ। ਹਾਂਜੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਦੂਰੋਂ ਹੀ ਪਤਾ ਲੱਗ ਜੇ, ਇੱਥੋਂ ਹੀ ਐਵੇਂ ਦੇਖੇ ਤੇ ਹੀ। ਅੱਛਾ ਐਵੇਂ ਦੇਖ ਮੈਮ, ਨਿਊਕਲੀਅਸ ਤਾਂ ਵੀ ਕੀ ਦੋਨਾਂ ਚ ਹੁੰਦਾ ਨਿਊਕਲੀਅਸ? ਨਿਊਕਲੀਅਸ ਵੈਲ ਡਿਫਾਈਨਡ ਨਿਊਕਲੀਅਸ ਮੈਮ ਐਨੀਮਲ ਸੈਲ ਚ ਹੁੰਦਾ ਹੈ। ਅੱਛਾ, ਤੇ ਆਪਾਂ ਹੁਣ ਪ੍ਰੋਟਿਸਟਾ ਚ ਕੀ ਕੀਤਾ ਹੈ? ਹਾਂਜੀ ਇਹਦੇ ਚ ਯੂਕੈਰੀਓਟਿਕ। ਪ੍ਰੋਕੈਰੀਓਟਿਕ, ਹਾਂਜੀ। ਪ੍ਰੋਕੈਰੀਓਟਿਕ ਆਪਾਂ ਮੋਨੋਲਸ ਪੜਿਆ, ਪ੍ਰੋਟਿਸਟਾ ਚ ਆਪਾਂ ਕਹੇ ਯੂਕੈਰੀਓਟਿਕ ਹੈ। यूकैरियोटिक यूकैरियोटिक पढ़ रहे हैं। मींस वेल डिफाइंड न्यूक्लियस है। हाँ जी ठीक है। देखो ਜਿਹੜਾ ਵੀ ਪਲਾਂਟ ਸੈਲ ਹੋਏਗਾ ਨਾ, ਉਸ ਮੈਜੋਰਿਟੀ ਜਿਹੜੀ ਜਗ੍ਹਾ ਹੈ ਨਾ, ਉਹ ਵੈਕਿਊਲ ਨੇ ਲਿੱਤੀ ਹੋਏਗੀ। ठीक है। ਇਸ ਚ ਐਵੇਂ ਨਹੀਂ ਹੋਏਗਾ, ਇਸ ਵੈਕਿਊਲ ਐਵੇਂ ਪਿਆ ਹੋਏਗਾ ਆਰਗੇਨੈਲਿਸ ਦੀ ਤਰ੍ਹਾਂ। ਠੀਕ ਹੈ ਵੀ ਜਿੱਦਾਂ ਮਾਈਟੋਕੌਂਡਰੀਆ ਵਗੈਰਾ ਸਾਰੇ ਪਏ ਆ, ਉਹ ਉਸ ਤਰੀਕੇ ਨਾਲ ਹੋ ਗਏ। ਹਾਂ ਉਸੇ ਤਰੀਕੇ ਨਾਲ ਇਹ ਵੈਕਿਊਲ ਪਿਆ। ਠੀਕ ਹੈ। ਬਟ ਇਸ ਦੇ ਸੈਂਟਰ ਦੇ ਵਿੱਚ ਕੀ ਹੋਏਗਾ, ਇੱਕ ਖਾਲੀ ਵੈਕਿਊਲ, ਕੰਟਰੈਕਟਾਈਲ ਵੈਕਿਊਲ ਸ਼ੋ ਕੀਤਾ ਹੋਏਗਾ। ਇਹ ਦੂਰੋਂ ਪਤਾ ਲੱਗ ਜਾਂਦਾ ਹੈ ਕਿਹੜਾ ਸੈਲ ਹੈ। ਓਕੇ ਮੈਮ, ਆਈ ਸਮਝ? ਹਾਂਜੀ ਕਲੀਅਰ। ਇਹ ਜਿਹੜੇ ਵੈਕਿਊਲਸ ਨੇ ਨਾ, ਇਹ ਆਸਮੋ ਰੈਗੂਲੇਸ਼ਨ ਕਰਦੇ ਨੇ। ਓਕੇ ਮੈਮ। ਠੀਕ ਹੈ। ਜਿਵੇਂ ਲਾਈਸੋਸੋਮਸ ਨੇ ਨਾ, ਲਾਈਸੋਸੋਮਸ ਕੀ ਨੇ? what are the lysosomes? other name of the lysosomes is ਮੈਮ ਸੁਸਾਈਡਲ ਬੈਗ। means ਕੰਮ ਕੀ ਹੈ ਇਹਨਾਂ ਦਾ? ਮੈਮ ਇਹ ਇਨਗਲਫ ਕਰ ਲੈਂਦੇ ਨੇ ਜੋ ਵੀ ਜਿੰਨਾ ਮਟੀਰੀਅਲ ਵੀ ਵੇਸਟ ਹੈ ਨਾ ਇਹਨਾਂ ਦਾ, ਹਾਂਜੀ ਇਨਗਲਫ ਉਹ ਸਾਰਾ ਇਹਨਾਂ ਨੇ ਬਾਹਰ ਕੱਢ ਦੇਣਾ। ਠੀਕ ਹੈ ਹਾਂਜੀ। ਠੀਕ ਹੈ। ਹਾਂਜੀ ਇਸ ਤੋਂ ਇਲਾਵਾ ਜੋ ਮਨਮੀਤ ਜੋ ਤੁਸੀਂ ਕਹਿ ਰਹੇ ਸੀ ਨਾ, ਉਹ ਪਲਾਸਟਿਡਸ ਵਗੈਰਾ, ਉਹ ਸਾਰੇ ਸੈਕੰਡਰੀ ਡਿਫਰੈਂਸਸ ਹੈ। ਹਾਂਜੀ ਮੈਮ, ਮੇਨ ਡਿਫਰੈਂਸ ऑर्गेनेलिस। हाँ मेन डिफरेंस है जो आप सामने देख रहे हैं, आ वाला वैक्यूल दा। ये हमेशा अपने माइंड च रखियो। ओके मैम ठीक है। आज क्लियर होया मैम ये कांसेप्ट। अच्छा हाई तक एक चीज है कंफ्यूज ही चलो कोई होता है, नहीं। सारे डिफरेंसेस ही पढ़ते ਹੁੰਦੇ ਸੀਗੇ। ओके ओके ਕੋਈ ਨਹੀਂ, ਮੈਂ ਨਾ ਤੁਹਾਨੂੰ ਸਾਰੇ ਜਿਹੜਾ ਕਿੰਗਡਮ ਹੋ ਜਾਣਗੇ ਨਾ 5 ਦੇ 5, ਤੁਹਾਨੂੰ ਸਾਰਿਆਂ ਦੇ ਡਿਫਰੈਂਸ਼ੀਏਸ਼ਨ ਦਾ ਇੱਕ ਚਾਰਟ ਭੇਜ ਦਾਂਗੀ ਬਣਾ ਕੇ। ਠੀਕ ਹੈ ਮੈਮ, ਫਿਰ ਤੁਹਾਨੂੰ ਸਾਰਿਆਂ ਦੇ ਕਲੀਅਰ ਹੋ ਜਾਏਗੀ। ਚਲੋ ਯੂਗਲੀਨੋਫਾਈਟਾ ਦੇ ਵਿੱਚ ਆਪਾਂ ਜਿਹੜਾ ਰਿਜ਼ਰਵ ਫੂਡ ਹੈ ਕਿਸ ਫਾਰਮ ਚ ਹੁੰਦਾ ਹੈ? ਪੈਰਾਮਾਈਲਮ ਸਟਾਰਚ। ਕਲੀਅਰ? ਓਕੇ ਮੈਮ। ਅਸੈਕਸ਼ੁਅਲ ਰੀਪਰੋਡਕਸ਼ਨ ਕਿਵੇਂ ਹੁੰਦੀ ਹੈ ਇਸ ਦੇ ਵਿੱਚ? ਲੌਂਗੀਟਿਊਡਨਲ ਬਾਈਨਰੀ ਫਿਸ਼ਨ। ਇਹ ਸੈਕਸ਼ੁਅਲ ਐਵੇਂ ਹੁੰਦੀ ਹੈ। ਦੇਖੋ ਹੁਣ ਤੱਕ ਆਪਾਂ ਬਾਈਨਰੀ ਫਿਸ਼ਨ ਪੜ੍ਹਦੇ ਆਏ ਹਾਂ, ਇਸ ਚ ਆਪਾਂ ਲੌਂਗੀਟਿਊਡਨਲ ਬਾਈਨਰੀ ਫਿਸ਼ਨ ਪੜ੍ਹ ਰਹੇ ਹਾਂ, ਕਿਉਂਕਿ ਯੂਗਲੀਨਾ ਨੂੰ ਤੁਸੀਂ ਬੈਂਗਣ ਸਮਝਣਾ, ਆਪਾਂ ਉਹਨੂੰ ਲੰਬੇ ਤਰੀਕੇ ਨਾਲ ਹੀ ਕੱਟਦੇ ਆ ਨਾ ਸੈਂਟਰ ਤੋਂ, ਐਵੇਂ ਸੋਚਣਾ ਤੁਸੀਂ। ਤੇ ਸੈਕਸ਼ੁਅਲ ਰੀਪਰੋਡਕਸ਼ਨ ਇਸ ਚ ਨਹੀਂ ਮਿਲਦੀ। ਹੋਰ ਕਿਹਦੇ ਚ ਨਹੀਂ ਮਿਲਦੀ? ਹੁਣੇ ਪੜਿਆ ਕ੍ਰਾਈਸੋਫਾਈਟਾ ਚ ਸੀਗੀ। ਕ੍ਰਾਈਸੋਫਾਈਟਾ ਸੀਗੀ
ਕੀ ਚ ਨਹੀਂ ਸੀਗੀ? ਡਾਇਨੋਫਲੈਜਲੇਟਾਂ ਚ। ਠੀਕ ਹੈ, ਇਹ ਨਾਲ ਯਾਦ ਰੱਖਣ ਦੀ ਕੋਸ਼ਿਸ਼ ਕਰੋ ਠੀਕ ਹੈ ਕਿ ਕਿਹਦੇ ਵਿੱਚ ਸੈਕਸ਼ੂਅਲ ਰਿਪਰੋਡਕਸ਼ਨ ਨਹੀਂ ਮਿਲ ਰਹੀ। ਡਾਇਨੋਫਲੈਜਲੇਟਸ ਵਿੱਚ ਨਹੀਂ ਹੈ, ਯੂਗਲਿਨੋਫਾਈਟਾ ਚ ਨਹੀਂ ਹੈ। ਯੂਗਲਿਨੋਫਾਈਟਾ ਤੇ ਡਾਇਨੋ, ਠੀਕ ਹੈ ਠੀਕ ਹੈ, ਔਰ ਇਸ ਦੇ ਵਿੱਚ ਕੀ ਹੁੰਦਾ, ਅੰਡਰ ਅਨਫੇਵਰੇਬਲ ਕੰਡੀਸ਼ਨਸ ਸੈਲਸ ਨੇ ਜਿਹੜੇ ਕਿਸ ਚੇਂਜ ਹੋ ਜਾਂਦੇ ਨੇ, ਸਿਸਟ ਦੇ ਵਿੱਚ, ਮਤਲਬ ਥਿਕ ਵਾਲ ਬਣਾ ਲੈਂਦੇ ਨੇ। ਐਗਜ਼ਾਮਪਲ ਯੂਗਲੀਨਾ ਵੈਰਿਡਿਸ, ਡਾਇਸਟਿਗਮਾ, ਪੈਰਾਨੀਮਾ। ਠੀਕ ਹੈ, ਠੀਕ ਹੈ ਇੱਥੇ ਪ੍ਰੋਟਿਸਟਾ ਕਿੰਗਡਮ ਓਵਰ ਹੋ ਰਿਹਾ। ਹਾਂਜੀ ਮਨਮੀਤ, ਤੁਹਾਨੂੰ ਸਟਾਰਟਿੰਗ ਤੋਂ ਜਿਹੜਾ ਮਿਸ ਹੋਇਆ ਮੈਂ ਤੁਹਾਨੂੰ ਕੰਪਾਈਲ ਕਰ ਦੇਣੀ ਹੈ 1 ਮਿੰਟ ਦੇ ਅੰਦਰ ਅੰਦਰ। ਪ੍ਰੋਟਿਸਟਾ ਦੇ ਵਿੱਚ ਆਉਂਦਾ ਯੂਨੀਸੈਲੂਲਰ ਹੈ, ਯੂਕੈਰੀਓਟਿਕ ਹੈ, ऑर्गेनेलिस भी है, माइटोकॉन्ड्रिया हो गए, क्लोरोप्लास्ट हो गए, एंडोप्लाज्मिक रेटिकुलम, लाइसोसोम्स। ठीक है, और ये ਜਿਹੜਾ ਪ੍ਰੋਟਿਸਟਾ ਹੈ ਇਹ ਬੌਂਡ ਬਣਾ ਰਿਹਾ ਹੈ ਮੋਨਰਾ ਦੇ ਵਿੱਚ ਤੇ ਅਗਲੇ ਜਿਹੜੇ 3 ਨੇ ਫੰਜਾਈ, ਪਲਾਂਟੇ ਔਰ ਐਨੀਮੇਲੀਆ ਦੇ ਵਿੱਚ। ਠੀਕ ਹੈ, ਮੀਨਸ ਇਸ ਤੋਂ ਬਾਅਦ ਚੇਂजेस ਦਿਖਣਗੀਆਂ ਤੇ ਇਹਦੇ ਵਿੱਚ ਆਰਗੇਨਿਜ਼ਮਸ ਕਿਹੜੇ-ਕਿਹੜੇ ਨੇ? ਫੋਟੋ ਆਟੋਟ੍ਰੋਫਸ, ਸੈਪਰੋਟ੍ਰੋਫਸ, ਡੀਕੰਪੋਜ਼ਰਸ ਲਾਈਕ ਦ ਫੰਜਾਈ ਐਂਡ ਹੈਟਰੋਟ੍ਰੋਫ ਤੇ ਹੋਲੋਜ਼ੋਇਕ। ਹੈਟਰੋਟ੍ਰੋਫ ਤੇ ਹੋਲੋਜ਼ੋਇਕ ਕਿਵੇਂ? ਜਿਵੇਂ ਐਨੀਮਲਸ ਹੁੰਦੇ ਨੇ। ਇਹ ਹੁਣ ਜਿਹੜੇ ਸੈਪਰੋਟ੍ਰੋਫ ਐਂਡ ਡੀਕੰਪੋਜ਼ਰ ਆਪਾਂ ਪੜ੍ਹੇ ਨੇ ਨਾ, ਇਹ ਕਿਹਦੇ ਵਿੱਚ ਆਉਂਦੇ ਨੇ? ਮਿਕਸੋਮਾਈਕੋਟਾ, ਸਲਾਈਮ ਮੋਲਡਸ ਦੇ ਵਿੱਚ। ਠੀਕ ਹੈ, 3 ਜਿਹੜੇ ਸੀਗੇ ਡਾਇਨੋਫਲੈਜਲੇਟਾ, ਕ੍ਰਾਈਸੋਫਾਈਟਾ, ਯੂਗਲਿਨੋਫਾਈਟਾ, ਇਹ ਨੇ ਫੋਟੋਸਿੰਥੈਟਿਕ। ਕਲੀਅਰ? ਇਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਪੜਾਇਆ ਸੀ ਪ੍ਰੋਟੋਜ਼ੋਆ, 5 ਟਾਈਪਸ ਨੇ ਨਾ, ਦੇਖੋ ਪ੍ਰੋਟਿਸਟਾ ਦੀਆਂ। ਫਰਸਟ ਇਜ਼ ਪ੍ਰੋਟੋਜ਼ੋਆ, ਮਿਕਸੋਮਾਈਕੋਟਾ, ਮਿਕਸੋਮਾਈਕੋਟਾ ਦਾ ਦੂਜਾ ਨਾਮ ਸਲਾਈਮ ਮੋਲਡਸ, ਡਾਇਨੋ, ਕ੍ਰਾਈਸੋ, ਯੂਗਲਿਨੋ। ਠੀਕ ਹੈ, ਇਹ ਹੋ ਗਏ ਫੋਟੋਸਿੰਥੈਟਿਕ ਪਲਾਂਟਸ ਵਾਲੇ। ਹੁਣ ਜਿਹੜੇ ਪ੍ਰੋਟੋਜ਼ੋਆ ਸੀਗੇ ਨਾ, ਉਹ ਲੋਕੋਮੋਸ਼ਨ ਬੇਸ ਤੇ 4 ਤਰ੍ਹਾਂ ਦੇ ਸੀ। ਸਾਰਕੋਡੀਨਾ, ਜਿਹਦੇ ਵਿੱਚ ਸਿਊਡੋਪੋਡੀਆ ਆਉਂਦਾ ਹੈ, ਫਾਲਸ ਫੀਟ। ਸਿਊਡੋ ਮੀਨਸ ਫਾਲਸ, ਪੋਡੀਆ ਮੀਨਸ ਫੀਟ। ठीक है, अमीबा अपने आप ही अपनी शेप चेंज करके अपने आप लेग्स बना लेंदा है, मूव करता है, दोबारा चेंज कर लेंदा शेप नु। ठीक है, सेकंड इज फ्लैजिलेटा। फ्लैजिला दे थोड़ा हो मेरा गया। मीनिंग की दस्सा ਤੁਸੀਂ सूडोपोडिया ਦਾ? स्यूडो मींस फॉल्स, ਜਿਵੇਂ ਆਪਾਂ EU ਦਾ ਮਤਲਬ ਲਿਖਿਆ ਸੀ ਨਾ ਕੱਲ, U ਦਾ ਮਤਲਬ ਟਰੂ ਹੁੰਦਾ ਨਾ, ਟਰੂ ਸੀਗਾ। ਹਾਂਜੀ, स्यूडो ਦਾ ਮਤਲਬ ਹੈ ਫਾਲਸ। ਠੀਕ ਹੈ। पोडिया मींस फीट, पैर। ਅਮੀਬਾ ਤੁਰਨ ਦੇ ਲਈ ਸਿਊਡੋਪੋਡੀਆ ਬਣਾਉਂਦਾ ਹੈ, ਆਪਣੀ ਬੋਡੀ ਦੀ ਸ਼ੇਪ ਨੂੰ ਐਵੇਂ ਚੇਂਜ ਕਰਦਾ ਹੈ ਕਿ 2-3 ਫੁੱਟ ਬਣਾ ਲੈਂਦਾ, ਉਹਦੇ ਨਾਲ ਮੂਵ ਕਰ ਜਾਂਦਾ ਹੈ, ਬਾਅਦ ਫੇਰ ਗੋਲ ਹੋ ਜਾਂਦਾ ਹੈ, ਟੇਢਾ ਮੇਢਾ ਹੋ ਜਾਂਦਾ ਹੈ। ਯੈਸ ਮੈਮ। ਠੀਕ ਹੈ, ਮੀਨਸ ਫੀਟ ਫਿਕਸ ਨਹੀਂ ਹੈ ਸਿਊਡੋਪੋਡੀਆ ਨੇ। ਫਲੈਜਲੇਟਾ ਦੇ ਵਿੱਚ ਆਉਂਦਾ ਫਲੈਜਲਾ। ਐਗਜ਼ਾਮਪਲ ਜ਼ਰੂਰ ਯਾਦ ਰੱਖਣੀ ਹੈ, ਲਿਸ਼ਮੇਨੀਆ, ਜ਼ਿਆਡੀਆ, ਟ੍ਰਾਈਕੋਮੋਨਾਸ। ਮੈਮ ਹੁਣ ਇਹਨਾਂ ਦੀ ਸਟਰਕਚਰ ਦੀ ਸਕਿਪ ਹੋ ਗਈ ਹੈ, ਫਲੈਜੈਲਾ, ਸੀਲੀਆ ਦੀ ਵੀ ਮਤਲਬ ਜਸਟ ਵੇਟ, ਮੈਂ ਤੁਹਾਨੂੰ ਪੇਜ ਤੇ ਬਣਾ ਕੇ ਦਿਖਾਨੀ ਹੈ। ਹਾਂਜੀ, ਜਿਵੇਂ ਮੈਂ ਯੂਗਲੀਨਾ ਬਣਾ ਰਹੀ ਹਾਂ, ਹੁਣ ਭੁੱਲ ਗਏ ਸੀ ਨਾ। ਠੀਕ ਹੈ, ਠੀਕ ਹੈ ਮੈਮ। ਜਿਵੇਂ ਬ੍ਰਿੰਜਲ ਟਾਈਪ ਮੈਮ ਇਹ ਉਹੀ ਗੱਲ ਹੈ, ਇਹ ਫਲੈਜਲਾ ਹੈ। ਹਾਂਜੀ, ਹੁਣ ਇੱਕ ਸੀਗਾ, ਮੈਂ ਐਗਜ਼ਾਮਪਲ ਦਿੱਤੀ ਸੀਗੀ ਸੀਲੀਏਟਾ ਦੇ ਵਿੱਚ ਪੈਰਾਮੀਸ਼ੀਅਮ ਦੀ। ਹਾਂਜੀ, ਉਹ ਕੀ ਸੀਗਾ? ਉਹ ਐਵੇਂ ਦਾ ਸੀਗਾ ਜਿਵੇਂ ਕਰੇਲਾ ਨਹੀਂ ਹੁੰਦਾ, ਸਲੀਪਰ ਇਸ ਟਾਈਪ ਟਾਈਪ ਦੀ। ਹਾਂ, ਇਸ ਸ਼ਾਖ ਕੀ ਹੁੰਦੇ ਆ? ਛੋਟੇ ਛੋਟੇ। ਇਹ ਸੀਲੀਆ, ਹੁਣ ਤੁਹਾਨੂੰ ਥੋੜਾ ਥੋੜਾ ਯਾਦ ਆਏਗਾ। ਇਸ ਇਹ ਹੁੰਦਾ ਹੈ ਕਿ ਐਵੇਂ ਦਾ ਕੰਟਰੈਕਟਾਈਲ ਉਰੇ ਵੈਕਿਊਲ ਦਾ ਹੁੰਦਾ ਹੈ। ਹਾਂਜੀ, ਪੂਰੀ ਬੋਡੀ ਦੇ ਉੱਤੇ ਸੀਲੀਆ ਹੁੰਦੇ ਆ ਛੋਟੇ ਛੋਟੇ। ਇਹ ਜਿਹੜੇ ਸੀਲੀਆ ਨੇ, ਦੇ ਹੈਲਪ ਇਨ ਦਾ ਲੋਕੋਮੋਸ਼ਨ। ਓਕੇ। ਠੀਕ ਹੈ, ਅਮੀਬਾ ਜੋ ਮੈਂ ਐਗਜ਼ਾਮਪਲ ਦੇ ਰਹੀ ਸੀਗੀ, ਉਹ ਦੇਖੋ ਹੁਣ ਜਿਵੇਂ ਆ ਬਣਾ ਰਹੀ ਹਾਂ ਮੈਂ, ਇਹਦੇ ਵਿੱਚ ਮੈਂ ਇਹਦੇ ਸਿਊਡੋਪੋਡੀਆ ਕ੍ਰੀਏਟ ਕਰਤੇ। ਇਹ ਹੁਣ ਮੂਵ ਕਰਕੇ ਜਦ ਅੱਗੇ ਜਾਏਗਾ, ਹਾਂਜੀ, ਇਹ ਹੁਣ ਆਪਣੇ ਆਪ ਐਵੇਂ ਹੋ ਜਾਏਗਾ। ਇਹਨੇ ਆਪਣੇ ਫੀਟ ਖਤਮ ਕਰ ਲਏ ਕਿਉਂਕਿ ਮੂਵ ਕਰ ਗਿਆ। ਠੀਕ ਹੈ, ਜਸਟ ਫॉर द लोकोमोशन
ਇਹਨੇ ਆਪਣੀ ਬੋਡੀ ਨੂੰ ਚੇਂਜ ਕੀਤਾ ਸੀ, ਸਿਊਡੋਪੋਡੀਆ ਬਣਾਇਆ ਸੀ। ਠੀਕ ਹੈ ਮੈਮ ਸੀਲੀਆ ਤੇ ਫਲੈਜਿਲਾ ਦਾ ਸੇਮ ਵਰਕ ਹੁੰਦਾ, ਦੋਨੇ ਲੋਕੋਮੋਸ਼ਨ ਵਾਸਤੇ ਹੁੰਦੇ ਆ? ਹਾਂਜੀ, लेकिन स्ट्रक्चर से बहुत ज्यादा फर्क है। सीलिया देखो कितने छोटे हैं, हाँ जी, और फ्लैजिला हाँ जी। देखो। ठीक है, ਤੇ ਮੈਂ ਇਹ ਜਿਹਾ ਕੋਈ ਐਨੀਮਲ ਹੋਊਗਾ ਜਿਹਦੇ ਵਿੱਚ ਦੋਨੇ ਹੋਣ, ਸੀਲੀਆ ਤੇ ਫਲੈਜਿਲਾ, ਜਾਂ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ? नहीं, ਇੱਕੋ ਹੀ ਹੋਏਗਾ। ठीक है, हाँ जी, लोकोमोशन ਲਈ ਇੱਕ ਹੀ ਚੀਜ਼ ਹੋਏਗੀ, ਜਾਂ ਫਲੈਜਿਲਾ ਜਾਂ ਸੀਲੀਆ। ठीक है जी, हाँ जी, ਹੁਣ ਯਾਦ ਆਇਆ ਕੁਝ? हाँ जी। ਤੇ ਸਪੋਰੋਜ਼ੋਆ ਹੁੰਦਾ ਹੈ ਜਿਹਦੇ ਵਿੱਚ ਕੋਈ ਸਟਰਕਚਰ ਨਹੀਂ ਹੁੰਦੀ, ਫਲੂਇਡ ਦੇ ਦੁਆਰਾ ਹੀ, ਬੋਡੀ ਫਲੂਇਡ ਦੇ ਦੁਆਰਾ ਹੀ ਮੂਵ ਕਰ ਜਾਂਦੀ ਹੈ ਇੱਧਰ ਉੱਧਰ। ਠੀਕ ਹੈ, ਮਤਲਬ ਉਹਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਸੀਲੀਆ ਦੀ, ਫਲੈਜਿਲਾ ਦੀ। ਇਹ 4 ਤਰ੍ਹਾਂ ਦਾ ਸੀ। ਸਾਰਕੋਡੀਨਾ ਸਿਊਡੋਪੋਡੀਆ ਵਾਲਾ ਹੋ ਗਿਆ, ਫਲੈਜਿਲੇਟਾ ਫਲੈਜਿਲਾ ਵਾਲਾ, ਸੀਲੀਏਟਾ ਸੀਲੀਆ, ਐਗਜ਼ਾਮਪਲ ਇਜ਼ ਪੈਰਾਮੀਸ਼ੀਅਮ ਵੋਟੀਸੈਲਾ। ਸਪੋਰੋਜ਼ੋਆ ਜਿਹਦੇ ਵਿੱਚ ਕੋਈ ਸਟਰਕਚਰ ਨਹੀਂ ਹੈ, ਲੋਕੋਮੋਸ਼ਨ ਨਹੀਂ, ਬਟ ਬੋਡੀ ਫਲੂਇਡ ਦੇ ਦੁਆਰਾ ਹੀ ਹੁੰਦੀ ਹੈ। ਮੀਨਸ ਇਹਦੀ ਐਗਜ਼ਾਮਪਲ ਸਭ ਤੋਂ ਬੈਸਟ ਹੈਗੀ ਹੈ ਮਲੇਰੀਆ ਦਾ। ਮਲੇਰੀਆ ਦਾ ਕਾਜ਼ੇਟਿਵ ਏਜੰਟ ਹੈ ਪਲਾਜ਼ਮੋਡੀਅਮ। ਠੀਕ ਹੈ, ਬਲੱਡ ਦੇ ਥਰੂ ਜਾਂਦਾ ਨਾ। हाँ जी, एनोफिलीज मस्कीटो है जो मलेरिया कॉज करता है, फीमेल एनोफिलीज। हाँ जी मैम। ठीक है, इसदे 2 होस्ट ਹੁੰਦੇ ਆ, ਹਿਊਮਨ ਬੀਇੰਗ ਔਰ ਮਸਕੀਟੋ। ਇਹਦਾ ਜਿਹੜਾ ਲਾਈਫ ਸਾਈਕਲ ਹੈ ਨਾ, ਇਹ ਦੋਨਾਂ ਦੇ ਵਿੱਚ ਹੁੰਦਾ ਹੈ, ਹਿਊਮਨਸ 'ਚ ਵੀ ਹੁੰਦਾ ਹੈ ਔਰ ਮਸਕੀਟੋ 'ਚ ਵੀ ਹੁੰਦਾ ਹੈ, ਤਾਂ ਕੰਪਲੀਟ ਹੁੰਦਾ ਹੈ। ਔਰ ਆਪਣੇ ਕਿੱਥੇ ਜਾ ਕੇ ਇਹ ਬੰਦੇ ਨੇ ਸਪੋਰੋਜ਼ੋਆ, ਜਿਹੜੇ ਸਪੋਰੋਜ਼ੋਇਟਸ ਹੈ, ਇਹ ਲੀਵਰ 'ਚ। ਠੀਕ ਹੈ मैम। हाँ जी। ਲੀਵਰ ਦੇ ਸੈਲਸ ਨੂੰ ਕੀ ਬੋਲਦੇ ਆ? लीवर के cells ਨੂੰ ਇਹ ਮੈਂ ਤੁਹਾਨੂੰ ਫਰਸਟ ਲੈਕਚਰ 'ਚ ਦੱਸਿਆ ਸੀ, ਬਿਲਕੁਲ ਫਰਸਟ ਲੈਕਚਰ। ਕੁਝ ਟਰਮਸ ਦੱਸੀਆਂ ਸੀ, ਕੁਝ ਆਰਗਨਸ ਦੇ ਲਈ ਜੋ ਸਪੈਸੀਫਿਕ ਯੂਜ਼ ਹੁੰਦੀਆਂ। ਲੀਵਰ ਲਈ ਕੀ ਯੂਜ਼ ਹੁੰਦਾ ਹੈ? ਹੀਪੈਟਿਕ। hepatic, yes मैम। ਹਾਂ, ਹੀਪੈਟਿਕ ਸੈਲਸ ਹੁੰਦੇ ਆ, ਉੱਥੇ ਜਾ ਕੇ ਸਪੋਰੋਜ਼ੋਇਟਸ ਜਿਹੜੇ ਉਹ ਗਰੋ ਕਰਦੇ ਆ ਮਸਕੀਟੋਜ਼ ਦੇ। ਠੀਕ ਹੈ, हाँ जी। ਹਾਂ। ਪਲਾਜ਼ਮੋਡੀਅਮ ਦੇ ਵਿੱਚ ਮੈਂ ਦੱਸਿਆ ਸੀਗਾ ਕਿ 4 ਟਾਈਪਸ ਅੱਗੇ ਕਰਵਾਉਂਗੀ, ਕਿਹੜੀਆਂ ਹੁੰਦੀਆਂ ਸਪੀਸ਼ੀਜ਼। ਠੀਕ ਹੈ, ਉਹ ਇੰਪੋਰਟੈਂਟ ਨੇ, ਉਹ BSc ਲੈਵਲ ਆ, ਉਹ ਆਉਂਦਾ ਜ਼ਰੂਰ ਹੈ ਪੇਪਰਸ। ਇਸ ਤੋਂ ਬਾਅਦ ਤੁਸੀਂ ਉਰੇ ਆ ਗਏ ਸੀ ਮਨਮੀਤ, ਜਦੋਂ ਮੈਂ ਦੱਸੀਆਂ ਸੀ, ਕਾਲਾ ਅਜ਼ਾਰ, ਲਿਸ਼ਮੋਨੀਆ, ਟੋਨੋਵਲ। ਇਹ ਸਕਰੀਨਸ਼ਾਟ ਲੈ ਲਓ। ਮੈਮ ਇਹ ਜਿਹੜਾ ਲਾਸਟ ਪੇਪਰ ਆਇਆ ਸੀ ਉਹ BSc ਲੈਵਲ 'ਚ ਵੀ ਆਇਆ ਸੀ ਮੈਮ। ਹਾਂਜੀ, BSc ਲੈਵਲ 'ਚ ਪੂਰਾ ਹੁੰਦਾ ਮਲੇਰੀਆ ਦੀ ਸਾਰੀ ਡਿਸਕ੍ਰਿਪਸ਼ਨ, ਲਾਈਫ ਸਾਈਕਲ ਉਹਦੀ, ਕਿਵੇਂ ਪਲਾਜ਼ਮੋਡੀਅਮ ਦਾ ਲਾਈਫ ਸਾਈਕਲ ਚੱਲਦਾ। ਹਾਂਜੀ ਮੈਮ, ਹਾਂ, ਜਿਵੇਂ ਉਹ ਸਾਰਾ ਵੈਕਸੀਨ BSc। ਵਗੈਰਾ ਤੇ ਆਪਾਂ ਕਲੋਨਿੰਗ ਵਗੈਰਾ ਦੀ ਹਾਂ ਹਾਂ, ਉਹ ਵਾਲੇ ਉਹ ਸਾਰੇ ਸਾਰਾ ਕੁਐਸਚਨਸ ਇਹੀ ਹੈ ਆਏ। ਜੋ ਮੈਂ ਤੁਹਾਨੂੰ ਫ੍ਰੈਗਮੈਂਟਸ ਬਤਾ ਰਹੀ ਸੀ ਨਾ, ਕੰਜੂਗੇਸ਼ਨ ਆਇਆ ਸੀਗਾ ਆਪਾਂ ਨੂੰ ਵਰਡ, ਹਾਂਜੀ ਮੈਮ, ਕੰਜੂਗੇਸ਼ਨ ਉਹ ਸਾਰਾ BSc 'ਚ ਹੈ। BSc 'ਚ ਮੈਮ। ਹਾਂਜੀ ਹਾਂ, ਉਹ ਸਾਰੀ ਡਿਟੇਲ ਉੱਥੇ ਹੈ। ਠੀਕ ਹੈ ਜੀ, ਮਨਮੀਤ ਤੁਹਾਡਾ ਪਿਛਲਾ ਕਵਰ ਹੋ ਗਿਆ। हाँ जी, ठीक है। ਠੀਕ ਹੈ, हाँ जी, ਕੱਲ ਤੁਹਾਡਾ ਮਾਈਕੋਪਲਾਜ਼ਮਾ ਰਹਿ ਗਿਆ ਸੀ, हाँ जी। ਯਾਦ ਹੈ ਕੁਝ ਮਾਈਕੋਪਲਾਜ਼ਮਾ ਬਾਰੇ? नहीं मैम, ਕਿਹਦੀ कोई ਟਾਈਪ ਸੀਗੀ? ਆਪਾਂ ਕੁਝ ਪੜ੍ਹ ਰਹੇ ਸੀ ਕੱਲ, ਆਪਾਂ ਕੀ ਪੜ੍ਹਿਆ? ਹਾਂਜੀ ਬਲਜੀਤ, ਕੀ ਪੜ੍ਹਿਆ? ਮਾਈਕੋਪਲਾਜ਼ਮਾ ਨੂੰ ਮੈਨੂੰ ਲੱਗਦਾ ਕਿਸੇ ਨੇ ਰਿਵੀਜ਼ਨ ਹੀ ਨਹੀਂ ਕੀਤੀ। ਮੈਮ ਐਕਚੁਅਲੀ ਨਾ ਰਿਵੀਜ਼ਨ ਸਾਰੀ ਰਹੀ ਸੀ ਇੰਨੇ ਚ ਟਾਈਮ। ਹਾਂਜੀ, ਇਸ ਮਾਈਕੋਪਲਾਜ਼ਮਾ ਜਿਹੜਾ ਕੱਲ ਵਾਲਾ ਰਹਿ ਗਿਆ ਸੀ ਨਾ, ਇੱਕ ਵਾਰੀ ਰਿਵੀਜ਼ਨ ਕਰਵਾ ਰਹੀ ਹਾਂ, ਦੁਬਾਰਾ ਦੇਖ ਲਓ। 1998 ਚ ਆਈ ਸੀ, ਨੋਕਾਰਡ ਐਂਡ ਪ੍ਰੋਕਸ ਨੇ ਦਿੱਤਾ। ਸਭ ਤੋਂ ਛੋਟਾ ਹੈ ਪ੍ਰੋਕੈਰੀਓਟਸ ਵਿੱਚ, ਔਰ ਇਸ ਦੇ ਵਿੱਚ ਸੈਲ ਵਾਲ ਨਹੀਂ ਹੁੰਦੀ, ਇਟ ਲੈਕਸ ਦ ਸੈਲ ਵਾਲ। ਇਹ ਬਹੁਤ ਇੰਪੋਰਟੈਂਟ ਹੈ ਕਿ ਮਾਈਕੋਪਲਾਜ਼ਮਾ ਸੈਲ ਵਾਲ ਨਹੀਂ ਹੁੰਦੀ, ਇਹ ਕੁਐਸਚਨ ਬਹੁਤ ਆਉਂਦਾ ਹੈ। ਓਕੇ ਮੈਮ। ਸੈਕੰਡਲੀ, ਮਾਈਕੋਪਲਾਜ਼ਮਾ ਦਾ ਨਾਮ PPLO। ਹਾਂਜੀ, PPLO ਦੀ ਫੁੱਲ ਫਾਰਮ
ਪਲੂਰੋਨਿਮੋਨੀਆ ਲਾਈਕ Pneumonia ਆਰਗੇਨਿਜ਼ਮਸ। like organisms, ਹਾਂਜੀ ਕਿਉਂ ਕਹਿੰਦੇ ਆ? ਕਿਉਂਕਿ ਇਹ ਜਿਹੜੇ ਕੈਟਲ ਦੇ ਵਿੱਚ ਪਲੂਰੋਨਿਮੋਨੀਆ ਹੋਇਆ ਸੀ, ਉਸ 'ਚ ਸਭ ਤੋਂ ਪਹਿਲਾਂ ਆਈਸੋਲੇਟ ਹੋਇਆ, ਮਿਲਿਆ ਉਸ 'ਚ। ਠੀਕ ਹੈ ਜੀ। Next is pleomorphic. Morphic means structure, shape ਉਹਦੀ। Pleo means it varies, ਇਹ change ਹੁੰਦੀ ਹੈ। They are highly pleomorphic, ਮਤਲਬ they can vary their shape. ਮਾਈਕੋਪਲਾਜ਼ਮਾ ਦੇ ਨਾਲ ਕਿਹੜੀ ਕਿਹੜੀ ਬਿਮਾਰੀਆਂ ਹੋ ਸਕਦੀਆਂ ਐਨੀਮਲਸ ਦੇ ਵਿੱਚ? ਨਿਮੋਨੀਆ, Pneumonia and ਯੂਰੀਥਰਾਈਟਿਸ। ਆਈਟਿਸ ਵਰਡ ਜਿੱਥੇ ਵੀ ਪਿੱਛੇ ਆਉਂਦਾ ਹੈ, that is the swelling, inflammation. okay ma'am, urethritis, ਆਈਟਿਸ ਵਰਡ ਕਿਤੇ ਵੀ ਆਏਗਾ ਨਾ, ਉਸ ਚੀਜ਼ ਦੀ ਇਨਫਲੇਮੇਸ਼ਨ ਹੈ। ਹੁਣ ਇਸ ਵਰਡ ਤੋਂ ਪਤਾ ਲੱਗ ਰਿਹਾ ਹੈ ਯੂਰੀਥਰਾਈਟਿਸ ਤੋਂ ਕਿ ਯੂਰੀਥਰਾ ਕੀ ਹੈ। ਮਤਲਬ ਮੈਂ ਕੱਲ ਮੈਂ ਯੂਰੀਥਰਾ ਦੱਸਿਆ ਸੀ, ਯੂਰੀਥਰਾ ਕੀ ਹੁੰਦਾ ਸੀ? ਵੀ ਯੂਰਿਕ ਐਸਿਡ ਨਾਲ ਹੀ ਹੋ ਸਕਦੇ ਵੀ ਜਦੋਂ ਯੂਰਿਕ ਐਸਿਡ ਹੋ ਜਾਂਦਾ ਨਹੀਂ ਤਾਂ ਨਹੀਂ, ਵੀ ਹਾਂਜੀ ਮੈਡਮ ਯੂਰੀਨਲ ਬਲੈਡਰ ਦੇ ਕੋਲ ਹੁੰਦਾ ਯੂਰੀਥਰਾ ਨੀਚੇ, ਹੋਲ ਹੁੰਦਾ ਹੈ। ਹੋਲ ਹੁੰਦਾ ਨੀਚੇ। ਕੀ ਹੁੰਦਾ ਉਹਦਾ ਯੂਜ਼ ਕੀ ਹੈ? ਮੈਮ ਹੈਲਪਫੁਲ ਹੈ ਜਾਂ ਕੀ ਹੈ? ਹਾਂ ਮੈਮ ਹੈਲਪਫੁਲ ਹੈ, ਯੂਰੀਨਲ ਪਾਸ ਹੁੰਦਾ। ਹਾਂ ਮੀਨਸ ਜਦੋਂ ਇੱਕ ਮਿੰਟ ਰੁਕੋ, ਡਾਇਗਰਾਮ ਹੀ ਦਿਖਾਉਂ। ਦੇਖੋ ਆ ਕਿਡਨੀਜ਼, ਮੈਂ ਰਾਫੀ ਡਾਇਗਰਾਮ ਬਣਾ ਰਹੀ ਹਾਂ, ਹੱਸਿਓ ਨਾ। ਆ ਦੇਖੋ, ਠੀਕ ਹੈ। ਕਿਡਨੀਜ਼ ਤੋਂ ਬਾਅਦ ਆ ਗਏ ਯੂਰੀਟਰਸ। ਇਹ ਯੂਰੀਟਰਸ ਨੇ, ਠੀਕ ਹੈ। ਇਹ ਕਿਸ ਚ ਓਪਨ ਹੁੰਦੇ ਨੇ? ਇਹ ਕੀ ਹੈ? ਯੂਰੀਨਰੀ, ਬੋਲੋ। ਬਲੈਡਰ ਹਾਂਜੀ ਹੈ। ਇਹ ਜਿੱਥੇ ਓਪਨ ਹੁੰਦਾ ਮੀਨਸ ਆ ਵਾਲਾ, that is urethra. ਯੂਰੇਥਰਾ ਹਾਂਜੀ। is the inflammation is called urethritis. ਇਹ ਕੌਣ ਕਾਜ਼ ਕਰਦਾ? PPLO. PPLO ਕੀ ਹੈ? ਮਾਈਕੋਪਲਾਜ਼ਮਾ, ਠੀਕ ਹੈ। ਇਨਫਲੇਮੇਸ਼ਨ ਦਾ ਮੀਨਿੰਗ ਨਹੀਂ ਸਮਝ ਪਾ ਰਹੀ, ਉਹਦਾ ਕੀ ਮੀਨਿੰਗ ਹੈ? ਹਾਂਜੀ, ਇਨਫਲੇਮੇਸ਼ਨ ਦਾ ਮੀਨਿੰਗ ਨਹੀਂ ਸਮਝ ਪਾ ਰਹੀ। ਓਕੇ ਦੇਖੋ, ਕੋਈ ਵੀ ਟਰਮ ਹੈ ਜਦੋਂ ਆਈਟਿਸ ਵਰਡ ਆਂਦਾ ਹੈ ਉਸਨੂੰ ਬੋਲਦੇ ਆ ਇਨਫਲੇਮੇਸ਼ਨ। ਇਨਫਲੇਮੇਸ਼ਨ ਚ ਕੀ ਹੁੰਦੀ ਹੈ? ਸੋਜ ਸੁਣੀ ਹੈ ਤੁਸੀਂ? ਸਵੈਲਿੰਗ, ਸਵੈਲਿੰਗ, ਰੈਡਨੈਸ ਹੁੰਦੀ ਹੈ। ਹਾਂਜੀ। ਇਨਫਲੇਮੇਸ਼ਨ ਦੇ ਸਾਈਨਸ ਹੁੰਦੇ ਨੇ ਕੁਝ, ਇਹ ਪੈਥੋਲੋਜੀ ਜਾਂਦਾ ਹੈ ਡਿਜ਼ੀਜ਼ਸ ਵਾਲੀ ਸਟੱਡੀ ਦੇ ਵਿੱਚ। ਰੈਡਨੈਸ, ਉਸ ਜਗ੍ਹਾ ਤੋਂ ਹੀਟ ਨਿਕਲੇਗੀ। ਤੁਸੀਂ ਖੁਦ ਲਗਾਓ ਨਾ, ਅਗਰ ਤੁਹਾਡੇ ਕਿਤੇ ਪੇਨ ਹੁੰਦੀ ਹੈ ਜਾਂ ਸੋਜਾ ਹੁੰਦਾ, ਕੀ ਹੁੰਦਾ? ਹੁਣ ਸਮਝ ਗਈ, ਹੁੰਦੀ ਹੈ ਹਲਕੀ ਜਿਹੀ ਜਗ੍ਹਾ। ਹਾਂਜੀ ਮੈਂ ਸਮਝ ਗਈ, ਹੁਣ ਜਿਵੇਂ ਜਲਨ ਟਾਈਪ ਹੋ ਰਹੀ ਹੈ, ਸੇਕ ਨਿਕਲਣਾ। ਹਾਂ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਹੱਥ ਸੁੱਜ ਗਿਆ, ਸਰਦੀਆਂ ਚ ਹੁੰਦਾ ਨਾ ਕਈਆਂ ਨੂੰ, ਫੀਟਸ ਜਿਹੜੇ ਸਵੈਲ ਹੋ ਜਾਂਦੇ ਆ ਵਿੰਟਰਸ, ਖਾਰਿਸ਼ ਹੁੰਦੀ ਹੈ ਫਿੰਗਰਸ ਤੇ, ਠੀਕ ਹੈ। ਜਾਂ ਫਿਰ ਜਿਹੜੇ ਬਜ਼ੁਰਗ ਹੈ ਜਿਵੇਂ ਉਹਨਾਂ ਦੇ ਨੀ ਜੁਆਇੰਟਸ ਪੇਨ ਹੈ ਤਾਂ ਗੋਡੇ ਸੁੱਜ ਜਾਂਦੇ ਨੇ ਨਾ, ਠੀਕ ਹੈ। ਉਹਨੂੰ ਉਸ ਚੀਜ਼ ਨੂੰ ਇਨਫਲੇਮੇਸ਼ਨ ਬੋਲਿਆ ਜਾਂਦਾ ਰਾਜੇ। ਇਹ ਇੱਕ ਸਾਈਨ ਹੈ ਜੋ ਆਪਣੀ ਬੋਡੀ ਦਿੰਦੀ ਹੈ ਅਗਰ ਆਪਣੇ ਅੰਦਰ ਕੁਝ ਵੀ ਡਿਸਟਰਬੈਂਸ ਹੁੰਦੀ ਹੈ ਨਾ, ਇਹ ਸਾਈਨ ਆਉਂਦਾ ਹੈ ਇਨਫਲੇਮੇਸ਼ਨ ਦਾ, ਜਿਸ ਤੋਂ ਆਪਾਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ, ਠੀਕ ਹੈ। ਆਈਟਿਸ ਵਰਡ ਹਮੇਸ਼ਾ ਉਸ ਟਰਮ ਦੇ ਪਿੱਛੇ ਐਵੇਂ ਹੀ ਆਏਗਾ ਜਿਹਦੇ ਵਿੱਚ ਇਨਫਲੇਮੇਸ਼ਨ ਹੋਏਗੀ, ਠੀਕ ਹੈ। ਠੀਕ ਹੈ। ਇਹੀ ਚੀਜ਼ ਹੁਣ ਅੱਗੇ ਯੂਜ਼ ਹੋਏਗੀ ਅਗਰ ਆਈਜ਼ ਵਿੱਚ ਦੇਖਿਆ ਤਾਂ ਕੰਜਕਟਿਵਾਈਟਿਸ, ਕੰਜਕਟਾਈਵਾ ਨਹੀਂ ਹੋ ਜਾਂਦਾ, ਸਵੈਲ ਹੋ ਜਾਂਦਾ ਤਾਂ ਕੰਜਕਟਿਵਾਈਟਿਸ ਹੈ ਉਹ, ਠੀਕ ਹੈ। ਹੈਪੇਟਾਈਟਸ ਬਿਮਾਰੀ ਪੜ੍ਹਦੇ ਹਾਂ ਆਪਾਂ ਇੰਨੀ ਵਾਰੀ, ਇੰਨੇ ਚੈਪਟਰਸ ਆਉਂਦੀ ਹੈ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਤਾਂ ਕਿਹਦੀ ਇਨਫਲੇਮੇਸ਼ਨ ਹੈ? ਹੁਣੇ ਦੱਸਿਆ ਹੈਪੈਟਿਕ ਵਰਡ ਯੂਜ਼, ਲੀਵਰ ਦੀ, ਠੀਕ ਹੈ। ਕੁਛ ਨਹੀਂ ਹੁੰਦਾ ਪੇਪਰ ਦੇ ਵਿੱਚ, ਇਨਡਾਇਰੈਕਟਲੀ ਕੁਐਸਚਨਸ ਹੁੰਦੇ ਆ, ਬਸ ਕੰਫਿਊਜ਼ ਹੋ ਜਾਂਦੇ ਹੋ ਤੁਸੀਂ, ਠੀਕ ਹੈ। ਮੈਮ ਇੱਕ ਆਇਆ ਸੀਗਾ
ਜਿਵੇਂ ਗ੍ਰੀਨ ਗਲੈਂਡਸ ਆਇਆ ਸੀਗਾ, ਗ੍ਰੀਨ ਹਾਂ ਗਲੈਂਡਸ ਗ੍ਰੀਨ ਗਲੈਂਡਸ ਕਿਹਦਾ ਨਾਮ ਹੈ? ਹਾਂਜੀ ਮੈਮ ਇਹ ਨਾ ਮੈਨੂੰ ਨਹੀਂ ਆਉਂਦਾ ਸੀ ਪੇਪਰ 'ਚ ਉਹ ਦੂਸਰੀ ਕੁਛ। ਚੱਲਦਾ, ਇਹ ਜ਼ੂਲੋਜੀ ਦਾ ਕੁਐਸਚਨ ਹੈ। ਹਾਂਜੀ ਜ਼ੂਲੋਜੀ ਕ੍ਰੈਬਸ ਵਾਲੀ ਸਾਈਡ ਚੋਂ ਤੁਸੀਂ ਉੱਧਰ ਵੜ ਗਏ ਹੁਣ। ਹਾਂਜੀ ਮੈਮ ਇਹ ਮੈਨੂੰ ਕੁਐਸਚਨ ਆਉਂਦਾ ਨਹੀਂ ਸੀ, ਮੈਂ ਇਹ ਲੱਭਣਾ ਸੀਗਾ, ਮੈਂ ਇਹ ਸੋਚੀ ਜਾਂਦੀ ਰਹਿੰਦੀ ਹਾਂ। ਫਿਰ ਹਜੇ ਤੱਕ ਨਹੀਂ ਲੱਭਿਆ? ਨਹੀਂ ਮੈਮ ਹਜੇ ਲੱਭਿਓ ਇਹ ਫਰੋਗ, ਕਾਕਰੋਚ, ਕ੍ਰੈਬ। ਮੈਂ ਤੁਹਾਨੂੰ 3 ਠੀਕ ਹਿੰਟ ਦੇ ਦੇ, ਠੀਕ ਹੈ ਇਸ ਤੋਂ ਵੱਧ ਨਹੀਂ ਦੇ ਸਕਦੀ, ਇਸ ਤੋਂ ਬਾਅਦ ਤੁਸੀਂ ਲੱਭਣਾ। ਠੀਕ ਹੈ ਜੀ। ਠੀਕ ਹੈ, crab, ਫਰੋਗ, ਕਾਕਰੋਚ, ਕ੍ਰੈਬ। ਇਹ ਮਤਲਬ ਇਹ ਤਿੰਨਾਂ ਵਿੱਚ ਵਰਤ ਯੂਜ਼ ਹੁੰਦਾ ਹੈ? ਨਹੀਂ ਨਹੀਂ ਨਹੀਂ, ਹਾਂਜੀ ਤੁਸੀਂ ਦੱਸਣਾ ਮੈਨੂੰ ਕੱਲ। ਵੀ ਇਹਨਾਂ ਤਿੰਨਾਂ ਵਿੱਚੋਂ ਕਿਸ ਵਿੱਚ ਵਰਤਿਆ ਜਾਂਦਾ? ਨਹੀਂ, ਤੂੰ ਗ੍ਰੀਨ ਹਾਂਜੀ ਗਲੈਂਡ ਬਾਰੇ ਪੜ੍ਹਨਾ ਬਸ, ਫਿਰ ਮੈਨੂੰ ਗੱਲ ਕਰੀ ਗੱਲ। ਠੀਕ ਹੈ ਮੈਮ। ਠੀਕ ਹੈ, ਸਮਝ ਜਾਓਗੇ ਜਾਂ ਕੱਲ ਆंसर ਮਿਲੇਗਾ। ਓਕੇ ਠੀਕ ਹੈ, ਹਾਂਜੀ ਤਾਂ ਤੁਹਾਡੇ ਲਈ ਇਹ ਸਾਰਾ ਜਿਹੜੇ ਮੈਂ ਪਿਛਲੇ ਤੁਹਾਨੂੰ ਕਰਵਾਏ ਸੀਗੇ ਸਿਸਟਮਸ ਉਹ ਯਾਦ ਨੇ? ਸਰਕੂਲੇਟਰੀ ਥੋੜਾ ਥੋੜਾ ਮੈਮ ਰਿਵੀਜ਼ਨ ਕਰਾਂਗੇ ਤਾਂ ਹੋ ਜਾਊਗਾ ਵੈਸੇ। ਪੇਪਰ ਕਦੋਂ ਹੈ? ਮੈਮ ਹੈ ਤਾਂ ਨੋਟੀਫਿਕੇਸ਼ਨ ਪੋਸਟ ਦਾ ਹੀ ਆਊਗਾ ਨਾ ਅੱਜ। ਮੈਂ ਆਉਣ ਵਾਲੀ ਹੈ ਨਾ, ਹਾਰਡਲੀ 1 ਮਹੀਨਾ ਮਿਲੇਗਾ। ਹਾਂਜੀ ਇਹੀ ਕਹਿ ਰਹੇ ਸੀ ਅੱਜ ਮੇਰੀ ਸਿਸਟਰ, ਉਹ ਕੱਲ ਆਏ ਆ ਨਾ ਵੀ 22 ਤਰੀਕ ਤੱਕ ਕਹਿੰਦੇ ਨੋਟੀਫਿਕੇਸ਼ਨ ਆ ਜਾਊਗਾ, ਉਸ ਤੋਂ ਬਾਅਦ ਆਪਣੇ ਕੋਲੇ 1 22 ਮੰਥ। ਤਰੀਕ ਇਸ ਹਫਤੇ ਚ ਆ ਜਾਏਗੀ। ਹਾਂਜੀ ਹਾਂਜੀ ਤਾਂ ਨੋਟੀਫਿਕੇਸ਼ਨ ਤੋਂ ਬਾਅਦ 1 ਹੱਦ 1.5 ਮਹੀਨਾ ਦਿੰਦੇ ਆ। ਹਾਂਜੀ ਤੇ ਮੈਮ ਫਿਰ ਮਤਲਬ ਸਾਇੰਸ ਦੀ ਵੈਕੈਂਸੀ ਵੀ ਨਿਕਲੂਗੀ, ਇਹ ਮਤਲਬ ਪੱਕਾ ਹੈ? ਸਾਰਿਆਂ ਦੀ ਨਿਕਲੇਗੀ। ਸਾਇੰਸ ਵੀ ਨਿਕਲੂਗੀ। ਉਹ ਮੇਨ ਮਤਲਬ ਕਿ ਉਹਨਾਂ ਦੇ ਐਸਐਸ ਪੰਜਾਬੀ ਹਿੰਦੀ ਥੋੜਾ ਘੱਟ ਦਿੰਦੇ ਆ ਨਾ ਪੋਸਟਾਂ, ਇਸ ਲਈ ਉਹ ਉਸ ਤੇ ਜ਼ਿਆਦਾ ਜ਼ੋਰ ਦਿੰਦੇ ਆ, ਪਰ ਸਾਇੰਸ ਵੀ ਨਾਲ ਆਉਣੀਆਂ ਹੀ ਹੈ। ਠੀਕ ਹੈ, ਤਾਂ ਤਿਆਰੀ ਆਪਣੀ ਉਸ ਹਿਸਾਬ ਨਾਲ ਰੱਖੋ। ਹਾਂਜੀ ਅਜੇ ਆਪਾਂ ਰਿਵੀਜ਼ਨਸ ਵੀ ਕਰਨੀ ਹੈ, ਕੁਐਸਚਨਸ ਵੀ ਕਰਨੇ ਆ। ਹਾਂ ਮੈਂ ਮੌਕ ਟੈਸਟ ਵੀ ਦੇਣੇ ਆ। ਇੰਜ ਕਰੋ ਵੀ ਜਿਵੇਂ ਅਸੀਂ ਸਰਕੂਲੇਟਰੀ ਸਿਸਟਮ ਸਾਰਾ ਇੱਕ ਵਾਰ ਰਿਵੀਜ਼ਨ ਕਰ ਲਾਂਗੇ ਤੇ ਤੁਸੀਂ ਸਾਡਾ ਉਹਦਾ ਕਰਵਾਇਆ ਹੋਇਆ ਟੈਸਟ। ਸੀਗਾ, ਜਾਂ ਫਿਰ ਇਹ ਕਿ ਇੱਕ ਵਾਰ ਦੁਬਾਰਾ ਰਿਵਾਈਜ਼ ਕਰਾ ਦਾਂਗੀ ਹਾਂਜੀ ਉਹਨੂੰ, ਫਿਰ ਫਿਰ ਮੈਮ ਉਹਦਾ ਤੁਸੀਂ ਤੁਸੀਂ ਕੁਇਕਲੀ ਟੈਸਟ। ਕੁਐਸਚਨਸ ਆਪਣੇ ਆਪ ਰੀਡ ਕਰਨਾ ਹੈ। ਠੀਕ ਹੈ ਮੈਮ। ਠੀਕ ਹੈ, ਮੈਂ ਸਿੱਧਾ ਟੈਸਟ ਦਵਾਂਗੀ ਫਿਰ। ਠੀਕ ਠੀਕ ਹੈ ਇੱਕ ਜੀ। ਦਿਨ ਡਾਊਟ ਕਲਾਸ ਰੱਖ ਲਾਂਗੇ। ਹਾਂਜੀ ਮੈਮ। ਠੀਕ ਹੈ, ਹਾਂਜੀ ਹਾਂ ਐਵੇਂ ਆਪਣਾ ਇੱਕ ਇੱਕ ਕਰਦੇ ਰਹੋ, ਇੱਕ ਬੋਟਨੀ ਇੱਕ ਜ਼ੂਲੋਜੀ। ਯੈਸ ਮੈਮ। ਚਲੋ ਨੈਕਸਟ ਕਿੰਗਡਮ ਫੰਜਾਈ ਸਟਾਰਟ ਕਰਦੇ ਹਾਂ। ਠੀਕ ਹੈ, ਕਰਨੀ ਹੈ ਨਾ? ਹਾਂਜੀ ਮੈਮ ਕਰ ਦੋ। ਹਾਂਜੀ, ਫੰਜਾਈ ਦੇ ਵਿੱਚ ਦੇਖੋ ਆਪਾਂ ਹੁਣ ਤੱਕ ਪੜਿਆ ਸੀਗਾ ਪਿੱਛੇ ਪ੍ਰੋਟਿਸਟਸ ਕੀ ਯੂਨੀਸੈਲੂਲਰ ਹੈ, ਮਤਲਬ 1 ਸੈਲ। ਇਹ ਕੀ ਨੇ? ਮਲਟੀ ਸੈਲੂਲਰ। ਐਕਸੈਪਸ਼ਨ ਹੈ ਇੱਕ, ਕਿਹੜੀ? ਈਸਟ ਦੀ। ਈਸਟ ਇੱਕ ਐਸਾ ਫੰਜਾਈ ਦੇ ਵਿੱਚ ਆਉਂਦਾ ਹੈ ਜਿਹੜਾ ਕਿ ਯੂਨੀਸੈਲੂਲਰ ਹੈ। ਕਲੀਅਰ? ਇਹ ਯਾਦ ਰੱਖਣਾ ਹੈ। ਮੰਨ ਲਓ ਈਸਟ ਦਾ ਹੀ ਆ ਜਾਂਦਾ, ਤੁਸੀਂ ਸੋਚੋਗੇ ਫੰਜਾਈ ਤਾਂ ਮਲਟੀ ਸੈਲੂਲਰ ਹੁੰਦੀ ਹੈ। ਹਾਂਜੀ ਠੀਕ ਹੈ, ਬਟ ਇਹ ਐਕਸੈਪਸ਼ਨ ਹੈ ਈਸਟ ਦੀ। ਇਹ ਯੂਨੀਸੈਲੂਲਰ ਟਿਕ ਕਰਨਾ। ਇਸ ਤੋਂ ਬਾਅਦ ਆਉਂਦਾ ਫੰਗਲ ਬੋਡੀ ਕੰਸਿਸਟ ਆਫ ਦਾ long slender thread like structures called the hyphae and which form a network called the mycelium. hyphae और mycelium पता है ਤੁਹਾਨੂੰ ਕੀ ਨੇ? ਤੁਸੀਂ BSc ਕੀਤੀ ਹੈ? ਹਾਂਜੀ ਮੈਮ। ਫਸਟ ਈਅਰ? ਹਾਂਜੀ ਫਸਟ ਈਅਰਸ ਕਿੰਗਡਮ ਫੰਜਾਈ ਮਤਲਬ ਜਿਹੜੀ ਫੰਜਾਈ ਦੀ ਬੁੱਕ ਹੈ ਉਸ 'ਚ ਸਾਰਾ ਇਹੀ ਹੈ, ਹਾਈਫੇ ਤੇ ਮਾਈਸੀਲੀਅਮ। ਨਹੀਂ ਯਾਦ? ਐਵੇਂ ਕਰੋ, ਤੁਸੀਂ ਅੱਜ ਪ੍ਰੋਟਿਸਟਾ ਤੇ ਸਰਕੂਲੇਟਰੀ ਸਿਸਟਮ ਰਿਵਾਈਜ਼ ਕਰ ਲਓ। ਠੀਕ ਹੈ, ਕੱਲ ਮੈਂ ਫੰਜਾਈ ਸ਼ੁਰੂ ਕਰਾਵਾਂਗੀ। ਠੀਕ ਹੈ ਮੈਮ। ਠੀਕ ਹੈ ਜੀ, ਓਕੇ। ਓਕੇ ਮੈਮ।